ਉਹ ਸਾਰੇ ਬਾਬਿਆਂ ਦਾ ਜੂਨ 1984 ਦੇ ਵਿੱਚ ਕੀ ਰੋਲ ਰਿਹਾ ਹੈ? ਦੇਖੋ, ਇੱਕ ਤਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਆਲੀ ਉਹ ਜਦੋਂ ਜਥੇਦਾਰ ਟੌੜੇ ਨੇ ਇਹਨਾਂ ਦੀ ਜਾਇਦਾਦਾਂ ਨੂੰ ਹੱਥ ਪਾਉਣਾ ਸ਼ੁਰੂ ਕੀਤਾ, ਉਹ ਕਾਂਗਰਸ ਚਲੇ ਗਏ। ਕਾਂਗਰਸ ਚਲੇ ਗਏ, ਉਹਦਾ ਫਿਰ ਦੇਖੋ ਗਿਆਨੀ ਜੈਲ ਸਿੰਘ ਨੇ ਫਾਇਦਾ ਉਠਾਇਆ। ਗਿਆਨੀ ਜੈਲ ਸਿੰਘ ਨੇ ਪਹਿਲੀ ਵਾਰ ਨਹੀਂ ਫਾਇਦਾ ਉਠਾਇਆ ਸੀ ਵੀ ਉਹ ਜਿਹੜਾ ਸੀ ਬਾਬਾ ਸੰਤਾ ਸਿੰਘ ਤੋਂ ਅਕਾਲ ਤਖਤ ਬਣਵਾਇਆ ਗਿਆ। ਉਹ ਅਕਾਲ ਤਖਤ ਐਕਚੁਅਲੀ ਹੈਗਾ ਸੀ, ਹੁਣ ਕੀ ਕਮਾਂ, ਇੱਕ ਸਾਡੇ ਬੈਂਕ ਦੇ ਅਫਸਰ ਨੇ ਉੱਤੇ ਲੈਣੀ ਸੀ ਪੋਸਟ, 40 ਲੱਖ ਉਹਨੇ ਜਿਹੜੀ ਰਿਸ਼ਵਤ ਦਿੱਤੀ ਸੀ, ਉਹ 40 ਲੱਖ ਰਿਸ਼ਵਤ ਜਿਹੜੀ ਹੈ ਸਕਿੱਪਰ ਕੰਸਟਰਕਸ਼ਨ ਵਾਲਿਆਂ ਨੂੰ ਦਿੱਤੀ ਗਈ। ਇਹ ਐਕਚੁਅਲ ਉਹਨਾਂ ਨੇ ਬਣਾਇਆ ਸੀ। ਬਾਬਾ ਸੰਤਾ ਸਿੰਘ ਇੱਕ ਅੱਗੇ ਮੋਹਰਾ ਸੀ। ਅੱਛਾ, ਨਾਮ ਸੀ ਉਹਨਾਂ ਦਾ, ਸਿਰਫ ਉਹਨਾਂ ਦਾ ਨਾਮ ਸੀ। ਜੇ ਬਾਬਾ ਸੰਤਾ ਸਿੰਘ ਨੂੰ ਗਿਆਨੀ ਜੈਲ ਸਿੰਘ ਨੇ ਪਹਿਲਾਂ ਕਦੋਂ ਵਰਤਿਆ? ਦਾਰਾ ਸਿੰਘ ਨੇ ਇੱਕ ਫਿਲਮ ਬਣਾਈ ਸੀ 1.25 ਲੱਖ ਸੇਕ ਲੜਾਉ, ਠੀਕ ਹੈ। ਉਸ ਦੇ ਰਾਈਟਸ ਮੰਗੇ ਗਿਆਨੀ ਜੈਲ ਸਿੰਘ ਨੇ ਕਿ ਮੇਰੇ ਜਵਾਈ ਨੂੰ ਦੇ ਦਿਓ, ਠੀਕ ਹੈ, ਪਰ ਪੈਸੇ ਘੱਟ। ਹੁਣ ਜਿਹੜੇ ਬੰਦੇ ਨੇ ਪੈਸਾ ਲਾਇਆ ਉਹ ਆਪਣੇ ਰਾਈਟਸ ਕਿਵੇਂ ਦੇ ਦੇ? ਪੰਜਾਬ ਦੀ ਫਿਲਮ ਜ਼ਿਆਦਾ ਚੱਲਣੀ ਸੀ, ਉਹਨੇ ਰਾਈਟਸ ਨਾ ਦਿੱਤੇ, ਤੇ ਬਾਬਾ ਸੰਤਾ ਸਿੰਘ ਨੂੰ ਇਹਨਾਂ ਨੇ ਹਾਇਰ ਕਰਕੇ ਸ਼ਿੰਗਾਰ ਸਿਨੇਮੇ ਦਾ ਘਿਰਾਓ ਕਰਾਇਆ ਸੀ। ਉਸ ਸ਼ਿੰਗਾਰ ਸਿਨੇਮੇ ਲੁਧਿਆਣੇ 'ਚ, ਠੀਕ ਹੈ, ਤੇ ਫਿਲਮ ਦਾ ਵਿਰੋਧ ਕੀਤਾ ਗਿਆ। ਮਗਰ ਸਿੱਖ ਦਾ ਵਿਰੋਧੀ ਬਣਿਆ ਹੋਇਆ ਹੈ। ਕੁਦਰਤੀ ਉਸ ਦਿਨ ਫਾਦਰ ਸਾਹਿਬ ਤੇ ਮੈਂ ਬਾਬਾ ਖੜਕ ਸਿੰਘ ਨੂੰ ਮਿਲਣ ਗਏ ਸੀ, ਠੀਕ। ਤੇ ਉਹਦੇ 'ਚ ਗਿਆਨੀ ਭਾਨ ਸਿੰਘ ਵੀ ਆਏ ਮੀਟਿੰਗ 'ਚ, ਬੂਟਾ ਸਿੰਘ ਵੀ ਆਇਆ ਹੋਇਆ ਸੀ, ਮੰਤਰੀ। ਤੇ ਉਹਨੂੰ ਤਾਂ ਬਾਬਾ ਖੜਕ ਸਿੰਘ ਨੇ ਮਤਲਬ ਕਿ ਇਹ ਕਹਿ ਕੇ ਭੇਜਤਾ ਵੀ ਬੂਟਿਆ, ਤੇਰਾ ਬੂਟਾ ਪੁੱਟਾ ਜਾ, ਤੂੰ ਇਹ ਦੱਸ ਕਿ ਇੱਥੇ ਜਿਹੜਾ ਇਹ ਹਰਮੰਦਰ ਹੈ ਇਹ ਸਾਰਿਆਂ ਲਈ ਹੈ, ਸਿੱਖਾਂ ਦਾ ਨਹੀਂ। ਇੱਥੇ ਕੋਈ 5 ਰੁਪਏ ਚੜਾਉਂਦਾ, ਗੁਰੂ ਰੱਖਦਾ ਨਹੀਂ, ਉਹ 500 ਕਰਕੇ ਵੀ ਮੋੜ ਦਿੰਦਾ। ਤੇਰੀ ਮਾਂ ਨੇ ਇੱਥੇ ਚੜਾਇਆ ਬਰੂਦ, ਉਹਦੇ ਇਸੇ ਬਰੂਦ ਆਊ, ਠੀਕ ਹੈ। ਇੰਦਰਾ ਗਾਂਧੀ ਇਸੇ ਵੀ ਬਰੂਦ ਆਇਆ, ਤੇ ਰਾਜੀਵ ਗਾਂਧੀ ਵੀ ਬਰੂਦ ਆਇਆ। ਫਾਦਰ ਸਾਹਿਬ ਨੇ ਕਿਤੇ ਸ਼ਾਇਦ ਟੇਪ ਵੀ ਪਈ ਹੈਗੀ, ਰਿਕਾਰਡ ਕੀਤੀ ਸੀ ਬਾਬਾ ਖੜਕ ਸਿੰਘ ਨੇ ਕੁਝ ਜਿਹੜੀਆਂ ਮੀਟਿੰਗ ਨੇ। ਇੱਕ ਅੱਧੀ ਟੇਪ ਤਾਂ ਮੈਨੂੰ ਹੈ, ਮੈਨੂੰ ਪਤਾ। ਉਹ 'ਚ ਬਾਬਾ ਜੀ ਨੂੰ ਪੁੱਛਿਆ ਗਿਆ ਵੀ ਬਾਬਾ ਜੀ ਹੁਣ ਇਹ ਕਾਰ ਸੇਵਾ ਕਿਵੇਂ ਕਰੋਗੇ? ਉਹਨੇ ਕਿਹਾ ਡਾਕਟਰ ਸਾਹਿਬ ਦੇਖੋ, ਆਪਣੇ ਕੋਲ ਅਕਾਲ ਤਖਤ ਸਾਹਿਬ ਜਿਹੜਾ ਢਿਆ ਹੋਇਆ, ਇਹਦੇ ਨਾਲ ਬਹੁਤ ਜਗ੍ਹਾ ਖਾਲੀ ਪਈ ਹੈ, ਇਸ ਨੂੰ ਮੈਂ ਸ਼ੀਸ਼ੇ 'ਚ ਮੜ ਦੇਣਾ। ਆਏ ਹਾਏ 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 ਹਾਏ, ਉਸੇ ਠੱਠੇ ਅਕਾਲ ਤਖਤ ਸਾਹਿਬ ਨੂੰ, ਠੱਠੇ ਨੂੰ ਸ਼ੀਸ਼ੇ 'ਚ ਮੜ ਦੇਣਾ। ਇਹਦੇ ਨਾਲ ਜਿਹੜਾ ਖੜਾ ਕਰਾਂਗੇ ਨਾ, ਉਹ ਥੋੜ੍ਹਾ ਜਿਹਾ ਉਚਾਈ 'ਤੇ ਹੋਏਗਾ, ਤੇ ਲੋਕ ਉਤਲੀ ਮੰਜ਼ਿਲ ਤੋਂ ਦੇਖਣ ਵੀ ਕੀ ਵੱਡਾ ਕੰਮ ਹੋਇਆ। ਇਹ ਇਨਫੋਰਮੇਸ਼ਨ ਲੀਕਡ ਹੋ ਗਈ। ਹੁਣ ਇਹਨਾਂ ਨੂੰ ਪੈ ਗਈ ਵੀ ਜੇ ਇਹ ਇਸ ਤਰ੍ਹਾਂ ਮੜਿਆ ਗਿਆ, ਇਹ ਤਾਂ ਫਿਰ ਬਣ ਗਿਆ ਯਾਦਗਾਰ, ਤੇ ਇੱਥੋਂ ਤਾਂ ਬੱਚਾ ਹੀ। ਤੇ ਇਹ ਸਾਡੀ, ਉਹਨਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਫਟਾਫਟ ਠੇਕਾ ਦੇ ਕੇ ਨਾ ਉਹ ਸਕਿੱਪਰ ਕੰਸਟਰਕਸ਼ਨ ਵਾਲਿਆਂ ਨੂੰ, ਤੇ ਇੱਧਰ ਸੰਤ ਜਿਹੜੇ ਸੀ ਸੰਤਾ ਸਿੰਘ ਜੀ ਨੂੰ ਅੱਗੇ ਕਰਤਾ। ਅਕਾਲ ਤਖਤ ਖੜਾ ਹੋ ਗਿਆ 40 ਲੱਖ ਰੁਪਏ ਨਾਲ। ਅੱਛਾ, 40 ਲੱਖ ਰੁਪਏ ਲੱਗਾ ਸੀ ਉਦੋਂ। 40 ਲੱਖ ਰੁਪਏ ਨੂੰ ਦੱਸਿਆ ਨਾ, ਰਿਸ਼ਵਤ ਦਾ ਪੈਸਾ ਸੀ। ਉਹਦਾ ਖਮਿਆਜ਼ਾ ਸਕਿੱਪਰ ਕੰਸਟਰਕਸ਼ਨ ਵਾਲਿਆਂ ਨੇ ਵੀ ਭੁਗਤਿਆ। ਕਿਵੇਂ? ਉਹ ਆਪੇ ਦੱਸਾਂਗੇ ਉਹਨਾਂ ਦੇ ਬੇਟੇ ਨਾਲ ਕੀ ਹੋਈ। ਓਹੋ, ਠੀਕ ਹੈ। ਬਾਬਾ ਸੰਤਾ ਸਿੰਘ ਨੇ ਵੀ ਭੁਗਤਿਆ, ਐਕਸਕਮਿਊਨੀਕੇਟ ਹੋ ਕੇ। ਜਿਹੜਾ 4.5 ਕਿਲੋ ਸੋਨਾ ਵਾਪਸ ਆਇਆ, ਜਦੋਂ ਤੁਸੀਂ ਅਕਾਲ ਤਖਤ ਢੱਠਿਆ, ਉਹਦੇ 'ਚ 4.5 ਕਿਲੋ ਸੋਨਾ ਕੱਟ ਕੇ ਤੁਹਾਨੂੰ ਦਿੱਤਾ ਗਿਆ, ਤੁਸੀਂ ਉਹ ਨਹੀਂ ਯੂਜ਼ ਕਰ ਰਹੇ ਤੇ ਦੂਸਰਾ ਯੂਜ਼ ਕਰ ਰਹੇ ਹੋ। ਚਲੋ ਦੂਸਰੀ ਵਾਰ ਵੀ ਯੂਜ਼ ਹੋ ਗਿਆ, ਨਾ, ਜਦੋਂ ਬਾਬਾ ਸੰਤਾ ਸਿੰਘ ਤੋਂ ਬਣਾਇਆ ਗਿਆ, ਫਿਰ ਢਾਇਆ ਗਿਆ, ਠੀਕ ਹੈ। ਫਿਰ ਉਹ ਪੁੱਛਿਆ ਗਿਆ ਟੌੜੇ ਤੋਂ, ਕਹਿੰਦਾ ਜੀ ਨਕਲੀ ਸੀ। ਫਿਰ ਨਕਲੀ ਸੀ ਤਾਂ ਵਾਪਸ ਕਰਨਾ ਸੀ। ਫਿਰ ਤੀਸਰੀ ਵਾਰੀ ਜਿਹੜਾ ਇਹ ਫਿਰ ਕਾਰ ਸੇਵਾ ਇੰਝ ਹੋਈ। ਉਹ ਸੰਤ ਬਾਬਾ ਠਾਕਰ ਸਿੰਘ ਨੂੰ ਦਿੱਤੀ ਗਈ। ਹੁਣ ਉਹਦੇ 'ਚ ਵੀ ਦੇਖੋ, ਜਾ ਕੇ ਅੱਜ ਵੀ ਦੇਖੋ, ਓਰੀਜਨਲ ਅਕਾਲ ਤਖਤ ਤੇ ਹਥੌੜੀਆਂ ਦੇ ਨਿਸ਼ਾਨ ਨੇ। ਸਾਡੇ ਹੀ ਬੰਦਿਆਂ ਨੇ ਉਹਨੂੰ ਵੀ ਤੋੜਨਾ ਸ਼ੁਰੂ ਕਰਤਾ ਸੀ।
ਅੱਛਾ, ਉਹਨੂੰ ਵੀ ਤੋੜਨ ਲੱਗੇ ਸੀ। ਹਾਂਜੀ। ਕੌਮ ਚਾਹੁੰਦੀ ਕੀ ਸੀ ਉਦੋਂ? ਵੀ ਉਵੇਂ ਹੀ ਰਹਿਣ ਦਿੰਦੇ? ਸਰ ਕੌਮ ਤਾਂ ਚਾਹੁੰਦੀ ਸੀ, ਕਬਰ ਜਿਹੜੇ ਅੰਦਰੋਂ ਨਾਲ ਮਿਲੇ ਹੋਏ ਸੀ ਪਹਿਲਾਂ ਉਹ ਨਹੀਂ ਨਾ ਚਾਹੁੰਦੇ ਸੀ। ਨਹੀਂ ਤਾਂ ਲੀਕ ਆਊਟ ਕਿਉਂ ਕੀਤੀ ਭਾਈ ਗਿਆਨੀ ਭਾਨ ਸਿੰਘ? ਦੇਖੋ ਹੋਰ ਕਿਹਨੇ ਲੀਕ ਆਊਟ ਕਰਨੀ ਸੀ? ਜਾਂ ਮੈਂ ਕਰਦਾ, ਜਾਂ ਮੇਰਾ ਪਿਤਾ ਜੀ ਕਰਦੇ, ਜਾਂ ਬਾਬਾ ਖੜਕ ਸਿੰਘ ਕਰਦੇ। ਪੈਰ ਪੈਰ ਤੇ ਧੋਖਾ ਹੋਇਆ ਇਸ ਇਸ਼ੂ ਦੇ ਉੱਤੇ। ਸਾਰੇ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ, ਆਪਰੇਸ਼ਨ ਤੋਂ ਬਾਅਦ, ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਮੈਨੂੰ ਦੱਸੋ ਕਿਹੜਾ ਬਾਬਾ ਸੀ, ਕਿਹੜਾ ਸੰਤ ਬਾਬਾ ਸੀ, ਕਿਹੜੀ ਸੰਸਥਾ ਸੀ ਜਿਹੜੀ ਉੱਥੇ ਖੜੀ ਸੀ ਨਾਲ ਆਪਰੇਸ਼ਨ ਬਲੂ ਸਟਾਰ 'ਚ? ਨਾ ਕੋਈ ਨਹੀਂ ਖੜਾ ਸੀ। ਤੇ ਫਿਰ ਆਪਾਂ ਫਿਰ ਬਾਅਦ ਫਿਰ ਕਹੀ ਅਸੀਂ ਤਾਂ ਸੰਤ ਜਰਨੈਲ ਸਿੰਘ ਦੀ ਸੋਚ ਤੇ ਪਹਿਰਾ ਦਿੰਦੇ ਆ। ਕਿਹੜੀ ਸੋਚ ਸੀ ਵੀ ਜਿਹੜੀ ਉਹਦੇ ਸੋਚ ਵੀ ਤੁਹਾਡੇ ਲਈ ਮੂਲੀਆਂ ਦਾ ਖੇਤ ਛੱਡ ਗਿਆ ਸੀ, ਉੱਥੇ ਪਹਿਰਾ ਦੇ ਰਹੇ ਹੋ? ਉਹ ਸ਼ਹਾਦਤ ਪ੍ਰਾਪਤ ਕਰ ਗਿਆ। ਭਾਈ ਅਮਰੀਕ ਸਿੰਘ ਜੀ, ਉਹਨਾਂ ਦੀ PhD ਰਜਿਸਟਰ ਸੀ ਗੁਰੂ ਨਾਨਕ ਯੂਨੀਵਰਸਿਟੀ 'ਚ। ਬੱਲੇ ਬੱਲੇ ਬੱਲੇ। ਐਂਡੇ ਲਾਇਕ ਬੰਦੇ ਨੂੰ ਅਸੀਂ ਆਪਣੇ ਮਤਲਬ ਕਿ ਆਪ ਹੀ ਬੰਦੇ ਮਰਵਾ ਦਈਏ। ਫਿਰ ਅਕਾਲ ਤਖਤ ਸਾਹਿਬ ਨੂੰ ਮੁੜ ਸਾਰੀ ਜਿਹੜੀ ਹੈ ਉਹ ਨਹੀਂ ਕਰਨੀ ਸੀ, ਅਲੱਗ ਇੱਕ ਦੁਬਾਰਾ ਉੱਥੇ ਕਰਕੇ ਉਹਨੂੰ ਇੱਕ ਮੈਮੋਰੀਅਲ ਖੜਾ ਕਰਨਾ ਸੀ। ਦੁਨੀਆ ਆ ਕੇ ਦੇਖਦੀ। ਦੁਨੀਆ ਆ ਕੇ ਦੇਖਦੀ। ਤੁਹਾਡੀ ਆਤਮਾ ਕੀ ਕਹਿੰਦੀ ਹੈ ਵੀ ਜੇ ਉਹ ਢੱਠਾ ਅਕਾਲ ਤਖਤ ਸਾਹਿਬ ਦਾ ਦਰਸ਼ਨ ਦੀਦਾਰ ਸਤਵੰਤ ਸਿੰਘ ਤੇ ਬੇਅੰਤ ਸਿੰਘ ਕਰ ਲੈਂਦੇ ਨੇ, ਉਹ ਅਤੀਤ ਵੱਲ ਵਾਪਸ ਮੁੜਦੇ ਆ ਵੀ ਨਹੀਂ, ਇਹ ਗੱਲ ਜੋ ਭਾਜੀ ਮੋੜਨੀ ਹੈ, ਕੌਮ ਦੀ ਲੱਥੀ ਪਾ ਕੇ ਜਿਹੜੀ ਉਹ ਕੌਮ ਦੇ ਸਿਰ ਤੇ ਰੱਖਣੀ ਹੈ। ਤੁਹਾਨੂੰ ਲੱਗਦਾ ਵੀ ਉਹ ਜੇ ਉਸੇ ਪ੍ਰਕਾਰ ਬਚਾ ਕੇ ਰੱਖਿਆ ਜਾਂਦਾ ਤੇ ਅੱਜ ਇਹ ਪ੍ਰਚਾਰ ਨਹੀਂ ਸੀ ਕਰਨੇ ਪੈਣੇ, ਇੰਟਰਵਿਊ ਨਹੀਂ ਸੀ ਕਰਨੀਆਂ ਪੈਣੀਆਂ? ਨਾ, ਬਿਲਕੁਲ ਨਹੀਂ। ਦੇਖੋ ਗੱਲ ਹੈ, ਅਸੀਂ ਇਤਿਹਾਸ ਨੂੰ ਖੁਦ ਖਤਮ ਕੀਤਾ। ਲਾਇਬ੍ਰੇਰੀ ਤਾਂ ਆ ਜਿਹੜਾ ਉਜਾੜਾ ਹੋਇਆ ਉਹਦਾ ਤਾਂ, ਜਿਹੜੀਆਂ ਉੱਥੇ ਗੋਲੀਆਂ ਦੇ ਨਿਸ਼ਾਨ ਸੀ ਉਹ ਤਾਂ ਉਹਨਾਂ ਦੇ। ਸੁਨੀਲ ਦੱਤ ਨੇ ਇੱਕ ਵਾਰੀ ਪਦ ਯਾਤਰਾ ਕੀਤੀ ਸੀ ਬੰਬੇ ਤੋਂ। ਹਾਂ, ਇਹ ਗੱਲ ਤੁਸੀਂ ਲਿਖੀ, ਇਹ ਗੱਲ ਸੱਚੀ ਹੈ? ਹਾਂਜੀ ਬਿਲਕੁਲ। ਉਹਨੇ ਪੈਦਲ ਯਾਤਰਾ ਮੁੰਬਈ ਤੋਂ ਦਰਬਾਰ ਸਾਹਿਬ ਪੈਦਲ ਕਿਉਂ ਆਇਆ ਸੀ? ਆਪਣੀ ਕੁੜੀ ਨਾਲ। ਹਾਂ, ਕਿ ਮੈਂ ਜਾ ਕੇ ਉੱਥੇ ਬੰਦੇ ਮਿਲਣਾ ਲੋਕਾਂ ਨੂੰ। ਸੰਜੇ ਦੱਤ ਦਾ ਪਿਓ ਸੰਜੇ ਦੱਤ, ਸੁਨੀਲ ਦੱਤ। ਸੁਨੀਲ ਦੱਤ। ਮੈਂ ਤੁਹਾਨੂੰ ਉਸ ਦੇਖਿਆ ਜਦੋਂ ਪੌਂਟਾ ਸਾਹਿਬ ਉਹ ਮਨਜੀਤ ਤੇ ਜਗਜੀਤ ਦੀ ਸ਼ੂਟਿੰਗ ਤੇ ਸੀ। ਇਹ ਉਸੇ ਉਧਰ ਨਾਲ ਦੇ ਪਿੰਡ ਨੇ ਤੇ ਨਾਲ ਹੀ ਲੱਗਦੇ ਨੇ ਨਾ, ਉਸੇ ਇਲਾਕੇ ਦਾ ਸੁਨੀਲ ਦੱਤ। ਆਪਣੀ ਮਾਂ ਦੀ ਸੇਵਾ ਝੋਲੀ 'ਚ ਉਹਦੇ ਜੁੱਤੀਆਂ ਪਾ ਕੇ ਤੇ ਮਗਰ ਤੁਰਿਆ ਹੁੰਦਾ ਸੀ ਸੁਨੀਲ ਦੱਤ। ਇੰਨਾ ਉਹ ਮਤਲਬ ਕਿ ਨਹੀਂ। ਸੁਨੀਲ ਦੱਤ ਮੁੰਬਈ ਤੋਂ ਪੈਦਲ ਚੱਲ ਕੇ ਦਰਬਾਰ ਸਾਹਿਬ ਕਿਉਂ ਆਇਆ ਸੀ? ਉਹ ਵੀ ਮੈਂ ਜਾ ਕੇ ਲੋਕਾਂ ਨਾਲ ਗੱਲ ਕਰਾਂ ਵੀ ਕਦ ਤੱਕ ਤੁਸੀਂ ਮਤਲਬ ਕਿ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਓਗੇ ਜਾਂ ਮੰਦਾ ਭਲਾ ਬੋਲੀ ਬੋਲੀਗੇ। ਉਹਨੂੰ ਕਹਿੰਦੇ ਤੈਨੂੰ ਮਾਰ ਦੇਣਗੇ, ਕਹਿੰਦਾ ਕੋਈ ਨਹੀਂ ਮਾਰ ਦੇਣਗੇ, ਚੱਲਣਗੇ, ਮੈਂ ਜਾਊਂਗਾ। ਉਹ ਆਇਆ। ਇਹ ਅਟੈਕ ਤੋਂ ਪਹਿਲਾਂ ਆਇਆ ਕਿ ਬਾਅਦ ਚ ਆਇਆ? ਬਾਅਦ। ਅੱਛਾ, ਅਟੈਕ ਤੋਂ ਬਾਅਦ ਚ ਆਇਆ। ਜਦੋਂ ਆਇਆ ਤੁਸੀਂ ਇਹ ਦੇਖੋ ਵੀ ਉਹਨੂੰ ਉਹ ਗੁਰੂ ਰਾਮਦਾਸ ਜਿਹੜੇ ਸਰਾਂ ਦੇ ਗੇਟ ਹੈ ਨਾ, ਉੱਥੋਂ ਸਿੱਖ ਯੋਧੇ ਕਿਰਪਾਨਾਂ ਦੀ ਸਲਾਮੀ ਦੇ ਕੇ ਅੰਦਰ ਲੈ ਕੇ ਆਏ ਸੀ। ਠੀਕ ਹੈ। ਤਾਂ ਉਹ ਇੰਨਾ ਕੁ ਪ੍ਰਭਾਵਿਤ ਹੋਇਆ, ਉਹਨੇ ਇੱਕ ਗੱਲ ਬੜੀ ਕਿਤੇ ਕਾਂਗਰਸ ਨੂੰ ਕਹੀ ਵੀ ਯਾਰ ਰੋਜ਼ ਖਾਲਿਸਤਾਨ ਦਾ ਰੌਲਾ ਪਾ ਗਿਆ, ਅਸੀਂ ਇੰਨਾ ਮਤਲਬ ਕਿ ਬਖੇੜਾ ਖੜਾ ਕੀਤਾ। ਪੰਜਾਬ ਕਿਹੜਾ ਇੱਥੇ ਰਹਿ ਗਿਆ? ਪੰਜਾਬ 5 ਦਰਿਆ ਤਾਂ ਰਹੇ ਹੀ ਨਹੀਂ, 2-2.5 ਦਰਿਆ ਆਪਣੇ ਕੋਲ ਹੈਗੇ, ਤੇ ਆਪਾਂ ਇੰਨੀਆਂ ਸਟੇਟਾਂ ਦੇ ਨਾਂ ਬਦਲੂ ਤੇ ਨਾ ਖਾਲਿਸਤਾਨ ਰੱਖਦੇ। ਅੱਜ ਕਾਂਗਰਸ ਕਹਿ ਰਹੀ ਹੈ ਨਾ ਵੀ ਇੰਜ ਕਰ ਰਹੇ ਸੀ। 21 ਮੀਟਿੰਗਾਂ ਹੋਈਆਂ ਇੰਦਰਾ ਗਾਂਧੀ ਦੀਆਂ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ, 21 ਮੀਟਿੰਗਾਂ ਸਿੱਖਾਂ ਦੇ ਰਿਪਰੈਜ਼ੈਂਟੇਟਿਵਸ ਦੇ ਨਾਲ। ਹੋ ਤੇ ਐਂਡਡ ਇਨ ਆਪਰੇਸ਼ਨ ਬਲੂ ਸਟਾਰ। ਉਹਨੇ ਸਾਰੇ ਪਰਖ ਲਏ ਵੀ ਨਹੀਂ, ਸਾਨੂੰ 21 ਮੀਟਿੰਗ ਤੋਂ ਬਾਅਦ ਕੀ ਮਿਲਿਆ? ਮੈਂ ਭਰੇ ਮਨ ਵਾਲੇ ਗੱਲ ਲੱਗਿਆ ਮਾਸਟਰ ਡਾਕਟਰ ਸਾਹਿਬ। ਆਪਰੇਸ਼ਨ ਬਲੂ ਸਟਾਰ, ਲਾਸ਼ਾਂ, ਬਸ ਸਰ ਬਲੂ ਸਟਾਰ, ਦਰਬਾਰ ਸਾਹਿਬ, ਸੰਤ ਸ਼ਹੀਦ ਕਰਵਾ ਲਏ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ, ਜਨਰਲ ਸ਼ਬੀਕ ਸਿੰਘ, ਸਾਰੇ ਕਰਾ। ਗੁਰਦੁਆਰਾ ਗਿਆਨ ਗੋਦੜੀ ਕਦੋਂ ਦਾ ਕਬਜ਼ਾ ਹੋਇਆ? ਤੁਸੀਂ ਸਰਕਾਰ ਵੀ ਉਹਨਾਂ ਨਾਲ ਚਲਾ ਲਈ ਜਿਨ੍ਹਾਂ ਨੇ ਕਬਜ਼ਾ ਕੀਤਾ। ਮੈਂ ਪੁੱਛਿਆ ਕੁਝ ਭਾਜਪਾ ਵਾਲੇ ਦੋਸਤਾਂ ਨੂੰ, ਮੈਂ ਕਿਹਾ ਯਾਰ ਮੈਨੂੰ ਗੱਲ ਦੱਸੋ ਵੀ ਉਹ ਸਾਡਾ ਗਿਆਨ ਕੋ ਕਹਿੰਦਾ ਸੀ ਦੇਣ ਨੂੰ ਤਿਆਰ ਆ, ਪਰ ਉੱਥੇ 80 ਗਜ਼ ਜਗ੍ਹਾ ਸੀ ਉਹ ਦੇ ਦਿੰਦੇ ਆ। ਕਹਿੰਦੇ ਇਹ ਕਹਿੰਦੇ ਨੇ ਸਾਨੂੰ ਬਾਹਰ ਦਿਓ 3 ਏਕੜ ਜ਼ਮੀਨ। ਉਹਦਾ ਇਹਨਾਂ ਨੇ ਪ੍ਰਚਾਰ ਵੀ ਸ਼ੁਰੂ ਕੀਤਾ ਇੱਥੇ ਜਵੱਦੀ ਟਕਸਾਲ 'ਚ ਇੱਕ ਮੀਟਿੰਗ 'ਚ।
ਦਲਵਿੰਦਰ ਸਿੰਘ ਗਰੇਵਾਲ ਨੇ ਕਿਹਾ ਜੀ ਇਹ ਜਗ੍ਹਾ ਉੱਥੇ ਨਹੀਂ ਸੀ, ਇਹ ਉੱਥੋਂ ਸ਼ਹਿਰ ਤੋਂ ਬਾਹਰ ਹੈ 2-3 ਕਿਲੋਮੀਟਰ। ਮੈਂ ਕਿਹਾ ਜੇ ਗੰਗਾ ਬਾਹਰ ਵਗਦੀ ਤੇ ਉੱਥੇ ਵਗਦੀ। ਤੁਸੀਂ ਕਲਕੱਤੇ ਨੂੰ ਕੋਲਕਾਤਾ ਕਹਿੰਦੇ ਹੋ, ਹਾਂ, ਮਦਰਾਸ ਨੂੰ ਚੇਨਈ ਕਰਤਾ, ਹਾਂ, ਇਲਾਹਾਬਾਦ ਨੂੰ ਪ੍ਰਯਾਗ ਕਰਤਾ, ਸਾਰੇ ਨਾਮ ਬਦਲ ਰਹੇ ਆ ਨਾ ਆਪਾਂ, ਤੇ ਪੰਜਾਬ ਦਾ ਨਾਮ ਬਦਲ ਦਿੰਦੇ। ਮਤਲਬ ਕਿ ਸਾਡਾ ਟੰਟਾ ਹੀ ਖਤਮ ਹੁੰਦਾ। ਹੁਣ ਜੇ ਟੰਟਾ ਖਤਮ ਹੁੰਦਾ ਸਿਆਸਤ ਖਤਮ ਹੁੰਦੀ ਹੈ। ਪੌਂਟਾ ਸਾਹਿਬ ਦਾ ਗੁਰਦੁਆਰੇ ਦਾ ਸਾਕਾ 64 ਦਾ, ਮਈ 64 ਦਾ, ਤੇ 64 ਤੋਂ ਲੈ ਕੇ 78 ਤੱਕ ਉਹ 77-78 ਤੱਕ ਉਹ ਮਹੰਤ ਗੁਰਦਿਆਲ ਸਿੰਘ ਜਿਉਂਦਾ ਰਿਹਾ। ਇਹ ਕਿੱਟ ਨਹੀਂ ਕਿਸੇ ਨੇ ਹਿਲਾਈ। ਜਦੋਂ ਉਹਦੀ ਡੈਥ ਹੁੰਦੀ ਹੈ, ਕਾਰ ਸੇਵਾ ਵਾਲੇ ਅੰਦਰ ਕੋਈ ਚੀਜ਼ ਨਹੀਂ ਛੱਡੀ, ਸਾਰੀ ਗੂੰਜ ਕੂਪਰਾ ਪਚੀ ਕੋਈ ਨਹੀਂ ਛੱਡੀ। ਨਾ ਬਾਬਾ ਅਜੀਤ ਸਿੰਘ ਦਾ ਜਨਮ ਸਥਾਨ, ਨਾ ਬੋਰਡ ਦਾ ਦਰਖਤ ਜਿੱਥੇ ਆ ਕੇ ਗੁਰੂ ਸਾਹਿਬ ਨੇ। ਇਹਦਾ ਮਤਲਬ ਮਹੰਤ ਸਾਰੇ ਮਾੜੇ ਨਹੀਂ ਸੀ। ਇੱਕ ਮਿੰਟ, ਉਹ ਜਿਹੜਾ ਮਾੜਾ ਸੀ ਉਹ ਤੇ ਨਾਲ ਲਾ ਲਿਆ ਇਹਨਾਂ ਨੇ। ਬਲਦੇਵ ਸਿੰਘ ਸਭ ਤੋਂ ਝੂਠਾ ਜਿਹੜਾ ਸੀ ਸਾਰੀ ਫੈਮਿਲੀ ਦਾ ਬੰਦਾ, ਉਹ ਤੇ ਨਾਲ ਲਾ ਲਿਆ ਇਹਨਾਂ ਨੇ। ਸਰਦਾਰ ਨੂੰ ਮਾਰੇ ਸਰਦਾਰ ਜਾਂ ਮਾਰੇ ਕਰਤਾਰ। ਇੱਕ ਅਫਵਾਹ ਫੈਲ ਗਈ ਜੰਗਲ 'ਚ ਕਿ ਜੀ ਕੁਹਾੜੇ ਆ ਗਏ ਨੇ, ਤੇ ਜੰਗਲ ਦੇ ਸਰਦਾਰ ਨੇ ਕਿਹਾ ਵੀ ਜਾ ਕੇ ਦੇਖੋ ਆਪਣੇ 'ਚ ਤਾਂ ਨਹੀਂ ਕੋਈ ਉਹਨਾਂ ਨਾਲ ਮਿਲਿਆ। ਕਹਿੰਦਾ ਜੀ ਕੋਈ ਨਹੀਂ ਬਣਿਆ। ਕਹਿੰਦਾ ਜੇ ਕੁਹਾੜੇ 'ਚ ਮੁੱਠਾ ਹੀ ਨਹੀਂ ਹੋਏਗਾ ਤੇ ਕੌਣ ਕੱਟੇਗਾ ਸਾਨੂੰ। ਹੁਣ ਜੋ ਅਸੀਂ ਆਪ ਜਾ ਕੇ ਤਾਂ ਸਰਕਾਰ ਦੇ ਮੁੱਠੇ ਬਣੇ, ਤੇ ਦੋਸ਼ੀ ਤਾਂ ਦੋਵੇਂ ਹੋਏ, ਤੇ ਫਿਰ ਸਾਨੂੰ ਰਾਜ ਕਰਨਾ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮਖੂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਹਾਂ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਵੀ ਕਿਸੇ ਨਾ ਕਿਸੇ ਸ਼ਖਸੀਅਤ ਦੇ ਦੁਆਰਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣਾ ਵਾਂ। ਅੱਜ ਵਿਸ਼ੇਸ਼ ਤੌਰ ਦੇ ਉੱਪਰ ਆਇਆ ਮੈਂ ਡਾਕਟਰ ਅਨੁਰਾਗ ਸਿੰਘ ਦੇ ਗ੍ਰਹਿ ਵਿਖੇ ਗੱਲ ਕਰਾਂਗੇ 84 ਬਾਰੇ, ਕਿਉਂਕਿ ਜਿਵੇਂ ਜੂਨ ਮਹੀਨਾ ਆ ਜਾਂਦਾ ਹੈ ਉਸੇ ਪ੍ਰਕਾਰ ਸਾਨੂੰ ਜੂਨ 84 ਦੇ ਵਿੱਚ ਲੈ ਚੱਲਦਾ ਹੈ, ਤੇ ਅਸੀਂ ਗੱਲਬਾਤ ਕਰਦੇ ਹਾਂ ਉਸ ਸਾਕੇ ਬਾਰੇ ਹੋਇਆ ਕੀ। ਆਓ ਸਭ ਤੋਂ ਪਹਿਲਾਂ ਸਵਾਗਤ ਕਰੀਏ। ਡਾਕਟਰ ਸਾਹਿਬ, ਪ੍ਰੋਗਰਾਮ ਵਿੱਚ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜਦੋਂ ਅਸੀਂ ਗੱਲ ਕਰਦੇ ਹਾਂ 1984 ਸਾਕੇ ਬਾਰੇ, ਜਿਸ ਨੂੰ ਤੀਜਾ ਵੱਡਾ ਘੱਲੂਘਾਰਾ ਕਿਹਾ ਜਾਂਦਾ ਆ, ਇਹਨਾਂ ਦਿਨਾਂ ਵਿੱਚ ਜੇ ਕੋਈ ਸਿੰਗਰ ਦਾ ਵੀ ਸ਼ੋਅ ਹੁੰਦਾ ਤੇ ਆਪਾਂ ਉਹਦਾ ਵੀ ਵਿਰੋਧ ਕਰਦੇ ਹਾਂ ਵੀ ਨਹੀਂ, ਇਹਨਾਂ ਦਿਨਾਂ ਦੇ ਵਿੱਚ ਤੂੰ ਆਪਣੇ ਸ਼ੋਅ ਲਾ ਰਿਹਾ, ਜਦਕਿ ਇਹ ਸਾਡੇ ਤੇ ਇੱਕ ਸਦੀ ਦਾ ਬਹੁਤ ਵੱਡਾ ਜ਼ਖਮ ਦੇ ਕੇ ਗਿਆ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਕੁਝ ਚਿਹਰੇ ਆ ਜਾਂਦੇ ਨੇ, ਕੁਝ ਨਾਮ ਆ ਜਾਂਦੇ ਨੇ। ਮੇਰੇ ਮਨ ਦੇ ਵਿੱਚ ਸਭ ਤੋਂ ਪਹਿਲਾ ਸਵਾਲ ਤੇ ਇਹ ਆ ਰਿਹਾ ਹੈ ਕਿ ਜਦੋਂ ਅਸੀਂ ਗੱਲ ਕਰਦੇ ਹਾਂ 1984 ਦੀ, ਤੇ 1984 ਸਾਕੇ ਦੇ ਵਿੱਚੋਂ ਸੰਤ ਬਾਬਾ ਜਰਨੈਲ ਸਿੰਘ ਦਾ ਨਾਮ ਉੱਭਰ ਕੇ ਬੜਾ ਸਾਹਮਣੇ ਆਉਂਦਾ ਹੈ। ਭਾਵੇਂ ਕਿ ਉਹ ਸਾਰੇ ਯੋਧੇ ਬੜੇ ਸਤਿਕਾਰਯੋਗ ਨੇ, ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ, ਜਿਨ੍ਹਾਂ ਨੇ ਸਮਾਂ ਦਿੱਤਾ, ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ, ਕੁਝ ਵੀ ਹੈ, ਪਰ ਸੰਤ ਬਾਬਾ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦਾ ਨਾਮ ਬੜਾ ਉੱਭਰ ਕੇ ਸਾਹਮਣੇ ਆ ਜਾਂਦਾ ਹੈ। ਮੈਂ ਤੁਹਾਡੇ ਕੋਲੋਂ ਜਾਣਕਾਰੀ ਲੈਣਾ ਵੀ ਉਸ ਸਮੇਂ ਸੰਪਰਦਾਵਾਂ ਵੀ ਬੜੀਆਂ ਸਨ, ਸੰਸਥਾਵਾਂ ਵੀ ਬੜੀਆਂ ਸਨ, ਡੇਰੇ ਵੀ ਬੜੇ ਸਨ, ਬਾਬੇ ਵੀ ਬੜੇ ਸਨ। ਉਹ ਸਾਰੇ ਬਾਬਿਆਂ ਦਾ ਜੂਨ 1984 ਦੇ ਵਿੱਚ ਕੀ ਰੋਲ ਰਿਹਾ ਹੈ? ਦੇਖੋ, ਇੱਕ ਤਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਰਾਲੀ, ਉਹ ਜਦੋਂ ਜਥੇਦਾਰ ਟੌੜੇ ਨੇ ਇਹਨਾਂ ਦੀ ਜਾਇਦਾਦਾਂ ਨੂੰ ਹੱਥ ਪਾਉਣਾ ਸ਼ੁਰੂ ਕੀਤਾ, ਉਹ ਕਾਂਗਰਸ ਚਲੇ ਗਏ। ਕਾਂਗਰਸ ਚਲੇ ਗਏ, ਉਹ ਤਾਂ ਫਿਰ ਦੇਖੋ ਹੁਣ ਗਿਆਨੀ ਜੈਲ ਸਿੰਘ ਨੇ ਫਾਇਦਾ ਉਠਾਇਆ। ਗਿਆਨੀ ਜੈਲ ਸਿੰਘ ਨੇ ਪਹਿਲੀ ਵਾਰ ਨਹੀਂ ਫਾਇਦਾ ਉਠਾਇਆ ਸੀ ਵੀ ਉਹ ਜਿਹੜਾ ਸੀ ਬਾਬਾ ਸੰਤਾ ਸਿੰਘ ਤੋਂ ਅਕਾਲ ਤਖਤ ਬਣਵਾਇਆ ਗਿਆ। ਉਹ ਅਕਾਲ ਤਖਤ ਐਕਚੁਅਲੀ ਹੈਗਾ ਸੀ, ਹੁਣ ਕੀ ਕਮਾਂ, ਇੱਕ ਸਾਡੇ ਬੈਂਕ ਦੇ ਅਫਸਰ ਨੇ ਉੱਤੇ ਲੈਣੀ ਸੀ ਪੋਸਟ, 40 ਲੱਖ ਉਹਨੇ ਜਿਹੜੀ ਰਿਸ਼ਵਤ ਦਿੱਤੀ ਸੀ, ਉਹ 40 ਲੱਖ ਰਿਸ਼ਵਤ ਜਿਹੜੀ ਹੈ ਸਕਿਪਰ ਕੰਸਟਰਕਸ਼ਨ ਵਾਲਿਆਂ ਨੂੰ ਦਿੱਤੀ ਗਈ। ਇਹ ਐਕਚੁਅਲ ਉਹਨਾਂ ਨੇ ਬਣਾਇਆ ਸੀ। ਬਾਬਾ ਸੰਤਾ ਸਿੰਘ ਇੱਕ ਅੱਗੇ ਮੋਹਰਾ ਸੀ। ਅੱਛਾ, ਨਾਮ ਸੀ ਉਹਨਾਂ ਦਾ, ਸਿਰਫ ਉਹਨਾਂ ਦਾ ਨਾਮ ਸੀ। ਠੀਕ, ਹੁਣ ਆ ਗਿਆ ਗੱਲ ਕਿ ਬਾਬਾ ਸੰਤਾ ਸਿੰਘ ਨੂੰ ਗਿਆਨੀ ਜੈਲ ਸਿੰਘ ਨੇ ਪਹਿਲਾਂ ਕਦੋਂ ਵਰਤਿਆ। ਦਾਰਾ ਸਿੰਘ ਨੇ ਇੱਕ ਫਿਲਮ ਬਣਾਈ ਸੀ 1.25 ਲੱਖ ਸੇਕ ਲੜਾਉਂ। ਠੀਕ ਹੈ, ਉਸ ਦੇ ਰਾਈਟਸ ਮੰਗੇ ਗਿਆਨੀ ਜੈਲ ਸਿੰਘ ਨੇ ਕਿ ਮੇਰੇ ਜਵਾਈ ਨੂੰ ਦੇ ਦਿਓ। ਠੀਕ ਹੈ, ਪਰ ਪੈਸੇ ਘੱਟ। ਹੁਣ ਜਿਹੜੇ ਬੰਦੇ ਨੇ ਪੈਸਾ ਲਾਇਆ ਉਹ ਆਪਣੇ ਰਾਈਟਸ ਕਿਵੇਂ ਦੇ ਦੇ? ਪੰਜਾਬ ਦੀ ਫਿਲਮ ਜ਼ਿਆਦਾ ਚੱਲਣੀ ਸੀ, ਉਹਨੇ ਰਾਈਟਸ ਨਾ ਦਿੱਤੇ,
ਤੇ ਬਾਬਾ ਸੰਤਾ ਸਿੰਘ ਨੂੰ ਇਹਨਾਂ ਨੇ ਹਾਇਰ ਕਰਕੇ ਸ਼ਿੰਗਾਰ ਸਿਨੇਮੇ ਦਾ ਘਿਰਾਓ ਕਰਾਇਆ ਸੀ ਉਸ ਵਕਤ। ਸ਼ਿੰਗਾਰ ਸਿਨੇਮੇ ਲੁਧਿਆਣੇ 'ਚ, ਠੀਕ ਹੈ। ਤੇ ਫਿਲਮ ਦਾ ਵਿਰੋਧ ਕੀਤਾ ਗਿਆ। ਮਗਰ ਸਿੱਖ ਦਾ ਵਿਰੋਧੀ ਬਣਿਆ ਹੋਇਆ ਹੈ। ਤੇ ਫਿਰ ਉਹੀ ਬਾਬਾ ਸੰਤਾ ਸਿੰਘ ਤੋਂ ਅਕਾਲ ਤਖਤ ਸਾਹਿਬ ਬਣਵਾਇਆ ਗਿਆ। ਕੌਮ ਨੇ ਪ੍ਰਵਾਨ ਨਹੀਂ ਕੀਤਾ। ਕੌਮ ਯਾਰ ਕਿੰਨੇ ਪ੍ਰਵਾਨ ਕਰਨਾ ਸੀ ਜਦੋਂ ਉਹ ਐਕਚੁਅਲੀ ਕਿਸੇ ਉਹਦੀ ਵੀ ਤੁਹਾਨੂੰ ਇੱਕ ਛੋਟੀ ਜਿਹੀ ਇੱਕ ਜਿਹੜੀ ਅੱਖੀਂ ਡਿੱਠੀ ਹੈ ਸੰਤ ਬਾਬਾ ਖੜਕ ਸਿੰਘ ਜੀ ਪਹਿਲਾਂ ਉਹਨਾਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਕਾਰ ਸੇਵਾ ਕਰੋ। ਅਕਾਲ ਤਖਤ ਸਾਹਿਬ ਵੀ ਇਹ 84 ਦੇ ਦੌਰਾਨ ਢਹਿ ਗਿਆ ਵੀ ਇਹ ਤਿਆਰ ਕਰੋ। ਇਹ ਸਰਕਾਰ ਨੇ ਕਿਹਾ ਸੀ? ਨਾ ਸਰਕਾਰ ਨੇ ਨਹੀਂ, ਇਹ ਸ਼੍ਰੋਮਣੀ ਕਮੇਟੀ ਵੱਲੋਂ ਸੀ ਵੀ ਉਹ ਕਰਨਗੇ ਕਾਰ ਸੇਵਾ। ਬਾਬਾ ਖੜਕ ਸਿੰਘ ਜੀ, ਬਾਬਾ ਖੜਕ ਸਿੰਘ ਕੁਦਰਤੀ ਉਸ ਦਿਨ ਫਾਦਰ ਸਾਹਿਬ ਤੇ ਮੈਂ ਬਾਬਾ ਖੜਕ ਸਿੰਘ ਨੂੰ ਮਿਲਣ ਗਏ ਸੀ, ਠੀਕ। ਤੇ ਉਹਦੇ 'ਚ ਗਿਆਨੀ ਭਾਨ ਸਿੰਘ ਵੀ ਆਏ ਮੀਟਿੰਗ 'ਚ, ਬੂਟਾ ਸਿੰਘ ਵੀ ਆਇਆ ਸੀ ਮੰਤਰੀ। ਤੇ ਉਹਨੂੰ ਤਾਂ ਬਾਬਾ ਖੜਕ ਸਿੰਘ ਨੇ ਮਤਲਬ ਕਿ ਇਹ ਕਹਿ ਕੇ ਭੇਜਤਾ ਵੀ ਬੂਟਿਆ ਤੇਰਾ ਬੂਟਾ ਪੁੱਟਾ ਜਾ, ਤੂੰ ਇਹ ਦੱਸ ਕਿ ਇੱਥੇ ਜਿਹੜਾ ਇਹ ਹਰਮੰਦਰ ਹੈ ਇਹ ਸਾਰਿਆਂ ਲਈ ਹੈ, ਸਿੱਖਾਂ ਦਾ ਨਹੀਂ ਹੈ। ਇੱਥੇ ਕੋਈ 5 ਰੁਪਏ ਚੜਾਉਂਦਾ, ਗੁਰੂ ਰੱਖਦਾ ਨਹੀਂ, ਉਹ 500 ਕਰਕੇ ਵੀ ਮੋੜ ਦਿੰਦਾ। ਤੇਰੀ ਮਾਂ ਨੇ ਇੱਥੇ ਚੜਾਇਆ ਬਰੂਦ, ਉਹਦੇ ਇਸੇ ਬਰੂਦ ਆਊ, ਠੀਕ ਹੈ। ਇੰਦਰਾ ਗਾਂਧੀ ਇਸੇ ਵੀ ਬਰੂਦ ਆਇਆ ਤੇ ਰਾਜੀਵ ਤੇ ਵੀ ਬਰੂਦ ਆਇਆ। ਹੁਣ ਫਾਦਰ ਸਾਹਿਬ ਨੇ ਕਿਤੇ ਸ਼ਾਇਦ ਟੇਪ ਵੀ ਪਈ ਹੈਗੀ, ਰਿਕਾਰਡ ਕੀਤੀ ਸੀ ਬਾਬਾ ਖੜਕ ਸਿੰਘ ਨੇ ਕੁਛ ਜਿਹੜੀਆਂ ਮੀਟਿੰਗਸ ਨੇ। ਇੱਕ ਅੱਧੀ ਟੇਪ ਤਾਂ ਮੈਨੂੰ ਹੈ, ਮੈਨੂੰ ਪਤਾ। ਉਹ 'ਚ ਬਾਬਾ ਜੀ ਨੂੰ ਪੁੱਛਿਆ ਗਿਆ ਵੀ ਬਾਬਾ ਜੀ ਹੁਣ ਇਹ ਕਾਰ ਸੇਵਾ ਕਿਵੇਂ ਕਰੋਗੇ? ਉਹਨੇ ਕਿਹਾ ਡਾਕਟਰ ਸਾਹਿਬ ਦੇਖੋ ਆਪਣੇ ਕੋਲ ਅਕਾਲ ਤਖਤ ਸਾਹਿਬ ਜਿਹੜਾ ਢਿਆ ਹੋਇਆ ਇਹਦੇ ਨਾਲ ਬਹੁਤ ਜਗ੍ਹਾ ਖਾਲੀ ਪਈ ਹੈ, ਇਸ ਨੂੰ ਮੈਂ ਸ਼ੀਸ਼ੇ 'ਚ ਮੜ ਦੇਣਾ। ਆਏ ਹਾਏ 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 ਹਾਏ, ਉਸੇ ਠੱਠੇ ਅਕਾਲ ਤਖਤ ਸਾਹਿਬ ਨੂੰ ਠੱਠੇ ਨੂੰ ਸ਼ੀਸ਼ੇ 'ਚ ਮੜ ਦੇਣਾ। ਇਹਦੇ ਨਾਲ ਜਿਹੜਾ ਖੜਾ ਕਰਾਂਗੇ ਨਾ ਉਹ ਥੋੜ੍ਹਾ ਜਿਹਾ ਉਚਾਈ 'ਤੇ ਹੋਏਗਾ ਤੇ ਲੋਕ ਉਤਲੀ ਮੰਜ਼ਿਲ ਤੋਂ ਦੇਖਣ ਵੀ ਕੀ ਤੁਹਾਡਾ ਕੰਮ ਹੋਇਆ। ਇਹ ਇਨਫੋਰਮੇਸ਼ਨ ਲੀਕਡ ਹੋ ਗਈ। ਗਿਆਨੀ ਭਾਨ ਸਿੰਘ ਕੋਲ ਲੀਕ ਹੋਈ? ਲੀਕ ਉਹਨੇ ਕੀਤੇ, ਬੂਟਾ ਸਿੰਘ ਬਾਹਰ ਸੀ, ਉਹਨਾਂ ਨੇ ਫਿਰ ਇਮੀਡੀਏਟਲੀ ਇਹ ਇੱਕ ਮਿੰਟ ਮੈਂ ਚਾਹਾਂਗਾ ਪੂਰੀ ਜਾਣਕਾਰੀ। ਤੁਸੀਂ ਤੁਹਾਡੇ ਫਾਦਰ ਸਾਹਿਬ ਇਹ 84 ਦੀ ਗੱਲ ਹੀ ਹੈ? 84 ਦੀ 1984 ਦੇ ਵਿੱਚ ਤੁਸੀਂ ਬਾਬਾ ਖੜਕ ਸਿੰਘ ਜੀ ਕੋਲੇ ਗਏ, ਉਧਰੋਂ ਬੂਟਾ ਸਿੰਘ ਤੇ ਭਾਨ ਸਿੰਘ ਹੋਰੀ ਆ ਗਏ, ਹਨਾ? ਨਹੀਂ, ਬੂਟਾ ਸਿੰਘ ਬਾਹਰ ਸੀ, ਬੂਟਾ ਸਿੰਘ ਨੂੰ ਬਾਹਰ ਕਰ ਦਿੱਤਾ ਉਹਨਾਂ ਨੇ ਲਾਂਤਾ ਪਾ ਕੇ। ਹਾਂ, ਕਿ ਇਹ ਸੈਕਟਰੀ ਸਨ ਤੇ ਨੈਚੁਰਲ ਇਹ ਕਾਰ ਸੇਵਾ ਇਹਨਾਂ ਨੇ ਕਰਾਉਣੀ ਹੈ, ਸ਼੍ਰੋਮਣੀ ਕਮੇਟੀ ਕਰਾਉਣੀ ਹੈ, ਸੈਕਟਰੀ ਉਹਦਾ ਲਏਗਾ ਨਾ ਕੁਝ। ਉੱਥੇ ਆ ਭਾਣਾ ਵਰਤਿਆ। ਓਕੇ, ਠੀਕ। ਉਹ ਹੁਣ ਇਹਨਾਂ ਨੂੰ ਪੈ ਗਈ ਵੀ ਜੇ ਇਹ ਇਸ ਤਰ੍ਹਾਂ ਮੜਿਆ ਗਿਆ, ਇਹ ਤਾਂ ਫਿਰ ਬਣ ਗਿਆ ਯਾਦਗਾਰ ਤੇ ਇੱਥੋਂ ਤਾਂ ਬੱਚਾ ਹੀ। ਹਾਂ, ਤੇ ਇਹ ਸਾਡੀ ਉਹਨਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਫਟਾਫਟ ਠੇਕਾ ਦੇ ਕੇ ਨਾ ਉਹ ਸਕਿਪਰ ਕੰਸਟਰਕਸ਼ਨ ਵਾਲਿਆਂ ਨੂੰ ਤੇ ਇੱਧਰ ਸੰਤ ਜਿਹੜੇ ਸੀ ਸੰਤਾ ਸਿੰਘ ਜੀ ਨੂੰ ਅੱਗੇ ਕਰਤਾ। ਅਕਾਲ ਤਖਤ ਖੜਾ ਹੋ ਗਿਆ 40 ਲੱਖ ਰੁਪਏ ਨਾਲ। ਅੱਛਾ, 40 ਲੱਖ ਰੁਪਏ ਲੱਗਾ ਸੀ ਉਦੋਂ? 40 ਲੱਖ ਰੁਪਏ ਤੁਹਾਨੂੰ ਦੱਸਿਆ ਨਾ, ਰਿਸ਼ਵਤ ਦਾ ਪੈਸਾ ਸੀ। ਉਹਦਾ ਖਮਿਆਜ਼ਾ ਸਕਿਪਰ ਕੰਸਟਰਕਸ਼ਨ ਵਾਲਿਆਂ ਨੇ ਵੀ ਭੁਗਤਿਆ। ਕਿਵੇਂ? ਉਹ ਆਪੇ ਦੱਸਾਂਗੇ ਉਹਨਾਂ ਦੇ ਬੇਟੇ ਨਾਲ ਕੀ ਹੋਈ। ਓਹੋ, ਠੀਕ ਹੈ। ਬਾਬਾ ਸੰਤਾ ਸਿੰਘ ਨੇ ਵੀ ਭੁਗਤਿਆ ਐਕਸਕਮਿਊਨੀਕੇਟ ਹੋ ਕੇ। ਜਿਹੜਾ 4.5 ਕਿਲੋ ਸੋਨਾ ਵਾਪਸ ਆਇਆ, ਜਦੋਂ ਤੁਸੀਂ ਅਕਾਲ ਤਖਤ ਢੱਠਿਆ ਉਹਦੇ 'ਚ 4.5 ਕਿਲੋ ਸੋਨਾ ਕੱਟ ਕੇ ਤੁਹਾਨੂੰ ਦਿੱਤਾ ਗਿਆ, ਤੁਸੀਂ ਉਹ ਨਹੀਂ ਯੂਜ਼ ਕਰ ਰਹੇ ਤੇ ਦੂਸਰਾ ਯੂਜ਼ ਕਰ ਰਹੇ ਹੋ। ਚਲੋ ਦੂਸਰੀ ਵਾਰ ਵੀ ਯੂਜ਼ ਹੋ ਗਿਆ, ਨਾ ਜਦੋਂ ਬਾਬਾ ਸੰਤਾ ਸਿੰਘ ਦਾ ਬਣਾਇਆ ਗਿਆ, ਫਿਰ ਢਾਇਆ ਗਿਆ, ਠੀਕ ਹੈ। ਫਿਰ ਉਹ ਪੁੱਛਿਆ ਗਿਆ ਟੋੜੇ ਤੋਂ, ਕਹਿੰਦਾ ਜੀ ਨਕਲੀ ਸੀ। ਫਿਰ ਨਕਲੀ ਸੀ ਤਾਂ ਵਾਪਸ ਕਰਨਾ ਸੀ। ਸੋਨਾ ਨਕਲੀ ਸੀ? ਮੈਂ ਕਹਿੰਦਾ ਜੀ ਸੋਨਾ ਨਕਲੀ ਸੀ, ਅਸਲੀ ਸੀ, ਤੁਸੀਂ ਉਹ ਵਾਪਸ ਕਰ ਦਿੰਦੇ। ਉਹ ਵੀ ਵਾਪਸ ਨਾ ਕੀਤਾ। ਫਿਰ ਤੀਸਰੀ ਵਾਰੀ ਜਿਹੜਾ ਇਹ ਫਿਰ ਕਾਰ ਸੇਵਾ ਇੰਜ ਹੋਈ। ਉਹ ਸੰਤ ਬਾਬਾ ਠਾਕਰ ਸਿੰਘ ਨੂੰ ਦਿੱਤੀ ਗਈ। ਹੁਣ ਉਹਦੇ 'ਚ ਵੀ ਦੇਖੋ ਜਾ ਕੇ, ਅੱਜ ਵੀ ਦੇਖੋ ਓਰੀਜਨਲ ਅਕਾਲ ਤਖਤ ਤੇ ਹਥੌੜੀਆਂ ਦੇ ਨਿਸ਼ਾਨ ਨੇ। ਸਾਡੇ ਹੀ ਬੰਦਿਆਂ ਨੇ ਉਹਨੂੰ ਵੀ ਤੋੜਨਾ ਸ਼ੁਰੂ ਕਰਤਾ ਸੀ। ਅੱਛਾ, ਉਹਨੂੰ ਵੀ ਤੋੜਨ ਲੱਗੇ ਸੀ? ਹਾਂਜੀ। ਤੇ ਫਾਦਰ ਸਾਹਿਬ ਨੇ ਇੱਕ ਚਿੱਠੀ ਲਿਖੀ, ਖੁੱਲੀ ਚਿੱਠੀ ਸੰਤ ਬਾਬਾ ਠਾਕਰ ਸਿੰਘ ਜੀ ਦੇ ਨਾਂ 'ਤੇ। ਉਹ ਛਪੀ ਪੰਜਾਬੀ ਟ੍ਰਿਬਿਊਨ 'ਚ। ਮਿਲਣ ਗਏ ਆ ਬਾਬਾ ਠਾਕਰ ਸਿੰਘ ਜੀ ਨੂੰ ਮੈਂ ਤੇ ਫਾਦਰ ਸਾਹਿਬ।
ਤੇ ਬਾਬਾ ਠਾਕਰ ਸਿੰਘ ਨੇ ਇੱਕ ਗੱਲ ਕਹੀ ਸੀ ਜਿਹੜੀ ਬਾਅਦ 'ਚ ਪੂਰੀ ਹੋ ਗਈ। ਉਹ ਕਹਿੰਦੇ ਡਾਕਟਰ ਸਾਹਿਬ ਇੱਕ ਗੱਲ ਹੈ, ਮੇਰੇ ਪਿੱਛੋਂ ਟਕਸਾਲ ਦੇ ਬਹੁਤ ਹਿੱਸੇ ਹੋਣਗੇ, ਮੈਂ ਹੁਣ ਬੰਨ੍ਹ ਕੇ ਰੱਖਿਆ ਬਸ ਇੰਨੀ ਕੀ ਹੈ। ਉਹ ਥੋੜਿਆਂ ਦੇ ਨਿਸ਼ਾਨ ਹੱਲੇ ਵੀ ਹੈਗੇ ਨੇ। ਉਹ ਮੈਨੂੰ ਢਾਉਣ ਲੱਗੇ ਸੀ ਜਿਹੜਾ ਓਰੀਜਨਲ ਥੜਾ ਸਾਹਿਬ ਹੈ ਨਾ, ਜਿਹਨੂੰ ਆਪਾਂ ਉਹ ਅਕਾਲ ਤਖਤ ਕਹਿੰਦੇ ਆ, ਉਹ ਤੋਂ ਬਿਲਡਿੰਗਾਂ ਤੋਂ ਬਾਅਦ ਬਣਦੀਆਂ ਸ਼ੁਰੂ ਬਾਅਦ ਚ ਬਣਦੀਆਂ, ਠੀਕ ਹੈ ਨਾ। ਪਹਿਲਾਂ ਤੇ ਉਹ ਬੇਸ ਜਿਹੜਾ ਉਹ ਥੜਾ ਹੈ ਉਸ ਨੂੰ ਢਾਉਣ ਲੱਗੇ ਸੀ। ਕੌਮ ਚਾਹੁੰਦੀ ਕੀ ਸੀ ਉਦੋਂ ਵੀ ਉਵੇਂ ਹੀ ਰਹਿਣ ਦਿੰਦੇ? ਸਰ ਕੌਮ ਤਾਂ ਚਾਹੁੰਦੀ ਸੀ, ਕਬਰ ਜਿਹੜੇ ਅੰਦਰੋਂ ਨਾਲ ਮਿਲੇ ਹੋਏ ਸੀ ਪਹਿਲਾਂ ਉਹ ਨਹੀਂ ਨਾ ਚਾਹੁੰਦੇ ਸੀ। ਨਹੀਂ ਤਾਂ ਲੀਕ ਆਊਟ ਕਿਉਂ ਕੀਤੀ ਭਾਈ ਗਿਆਨੀ ਭਾਨ ਸਿੰਘ ਦਾ? ਹੋਰ ਕਿਹਨੇ ਲੀਕ ਆਊਟ ਕਰਨੀ ਸੀ? ਜਾਂ ਮੈਂ ਕਰਦਾ, ਜਾਂ ਮੇਰਾ ਪਿਤਾ ਜੀ ਕਰਦੇ, ਜਾਂ ਬਾਬਾ ਖੜਕ ਸਿੰਘ ਕਰਦੇ। ਪੈਰ ਪੈਰ ਤੇ ਧੋਖਾ ਹੋਇਆ ਇਸ ਇਸ਼ੂ ਦੇ ਉੱਤੇ। ਸਾਰੇ ਆਪਰੇਸ਼ਨ ਬਲੂਸਟਰ ਤੋਂ ਪਹਿਲਾਂ, ਆਪਰੇਸ਼ਨ ਤੋਂ ਬਾਅਦ, ਆਪਰੇਸ਼ਨ ਬਲੂਸਟਰ ਦੇ ਦੌਰਾਨ। ਮੈਨੂੰ ਦੱਸੋ ਕਿਹੜਾ ਬਾਬਾ ਸੀ, ਕਿਹੜਾ ਸੰਤ ਬਾਬਾ ਸੀ, ਕਿਹੜੀ ਸੰਸਥਾ ਸੀ ਜਿਹੜੀ ਉੱਥੇ ਖੜੀ ਸੀ ਨਾਲ ਆਪਰੇਸ਼ਨ ਬਲੂਸਟਰ 'ਚ? ਨਾ ਕੋਈ ਨਹੀਂ ਖੜਾ ਸੀ। ਠੀਕ ਹੈ। ਫਿਰ ਤੁਸੀਂ ਇਹ ਦੇਖੋ, ਬਰਸੀਆਂ ਬਹੁਤ ਨੇ ਮਨਾਈਆਂ ਨੇ ਬਾਬਾ ਜਰਨੈਲ ਸਿੰਘ ਜੀ ਦੀਆਂ। ਹਾਂ, ਬਰਸੀਆਂ ਸਾਰੇ ਅੱਜ ਵੀ ਮਨਾ ਲੈਂਦੇ ਨੇ। ਉਹ ਖੜਾ ਸੀ ਨਾਲ, ਪਰ ਉਹਨਾਂ ਨੇ ਇਹ ਵੀ ਕਹਿਤਾ ਸੀ ਵੀ ਜਿੰਨੇ ਜਾਣਾ ਚਲੇ ਜਾਓ। ਹਾਂ, ਇਹ ਗੱਲ ਕਹੀ ਸੀ ਉਹਨਾਂ ਨੇ। ਠੀਕ ਹੈ। ਇਹ ਆਏ ਨਾ ਫਿਰ ਜਿੰਨੇ ਵੀ ਸੀ ਤੁਹਾਡੇ ਕਾਫੀ ਜਣੇ ਆਏ, ਮਹਿਤਾ ਸਾਹਿਬ, ਬਲਟੋਆ ਸਾਹਿਬ, ਸਾਰੇ ਉਹਦੇ 'ਚ ਹੀ ਆਏ ਸੀ ਨਾ, ਬਾਹਰ ਆ ਗਏ। ਤੇ ਫਿਰ ਆਪਾਂ ਫਿਰ ਬਾਅਦ ਫਿਰ ਕਹੀ ਜੀ ਅਸੀਂ ਤਾਂ ਸੰਤ ਜਰਨੈਲ ਸਿੰਘ ਦੀ ਸੋਚ ਤੇ ਪਹਿਰਾ ਦਿੰਦੇ ਹਾਂ। ਕਿਹੜੀ ਸੋਚ ਸੀ ਵੀ ਜਿਹੜੀ ਉਹਦੇ ਸੋਚ ਵੀ ਤੁਹਾਡੇ ਲਈ ਮੂਲੀਆਂ ਦਾ ਖੇ ਛੱਡ ਗਿਆ ਸੀ, ਉਹਦੇ ਪਹਿਰਾ ਦੇ ਰਹੇ ਹੋ? ਉਹ ਸ਼ਹਾਦਤ ਪ੍ਰਾਪਤ ਕਰ ਗਿਆ। ਭਾਈ ਅਮਰੀਕ ਸਿੰਘ ਜੀ, ਉਹਨਾਂ ਦੀ PhD ਰਜਿਸਟਰ ਸੀ ਗੁਰੂ ਨਾਨਕ ਯੂਨੀਵਰਸਿਟੀ 'ਚ। ਬੱਲੇ ਬੱਲੇ ਬੱਲੇ। ਐਂਡੇ ਲਾਇਕ ਬੰਦੇ ਨੂੰ ਅਸੀਂ ਆਪਣੇ ਮਤਲਬ ਕਿ ਆਪ ਹੀ ਬੰਦੇ ਮਰਵਾ ਦਈਏ। ਇਹਦੇ 'ਚ ਜਿੰਨਾ ਚਿਰ ਨੈਕਸਸ ਨਾ ਹੁੰਦਾ ਜੀ, ਇਹ ਕੰਮ ਨਹੀਂ ਹੋ ਸਕਦਾ ਸੀ। ਇਹ ਬੜੀ ਕਲੀਅਰ ਹੈ। ਫਿਰ ਅਕਾਲ ਤਖਤ ਸਾਹਿਬ ਨੂੰ ਮੁੜ ਸਾਰੀ ਜਿਹੜੀ ਹੈ ਉਹ ਨਹੀਂ ਕਰਨੀ ਸੀ, ਅਲੱਗ ਇੱਕ ਦੁਬਾਰਾ ਉੱਥੇ ਕਰਕੇ ਉਹਨੂੰ ਇੱਕ ਮੈਮੋਰੀਅਲ ਖੜਾ ਕਰਨਾ ਸੀ। ਦੁਨੀਆ ਆ ਕੇ ਦੇਖਦੀ। ਫਿਰ ਅੱਜ ਹੇਠਾਂ ਬੇਸਮੈਂਟ 'ਚ ਬਣਿਆ ਨਾ, ਜਿੱਥੇ ਪਿੱਛੇ ਮੀਟਿੰਗ ਵੀ ਹੋਈ ਹੈ, ਇਹ ਬਣਾਇਆ ਸੀ ਵੀ ਇੱਥੇ ਜਿੰਨੇ ਸ਼ਹੀਦ ਨੇ ਉਹਨਾਂ ਦੀਆਂ ਤਸਵੀਰਾਂ ਲੱਗੀਆਂ। ਜਦੋਂ ਗਿਆਨੀ ਕਿਰਪਾਲ ਸਿੰਘ ਨੇ ਵੀ ਬੰਦਿਆਂ ਦੇ ਲਿਆਓ ਨਾ ਨਾਮ ਪਤੇ, ਉਹ ਤਾਂ ਆਪਾਂ ਲਿਆਂਦੇ ਨਹੀਂ। ਜਦੋਂ ਨਾਮ ਪਤੇ ਨਹੀਂ ਲਿਆਏ ਆਪਾਂ, ਤੇ ਕਿਹਦੀਆਂ ਤਸਵੀਰਾਂ? ਹਾਂ, ਇਹ ਦਮਦਮੀ ਟਕਸਾਲ ਵਾਲਿਆਂ ਨੇ ਕੁਝ ਖੜੀਆਂ 500 ਬੰਦੇ ਦਾ ਕੀਤਾ। ਕੁਝ ਕਿਤਾਬਾਂ ਵੀ ਛਪ ਰਹੀਆਂ ਨੇ। ਦੇਖੋ, ਕੁਝ ਜਿਹੜੇ ਬੰਦੇ ਨੇ ਨਾ ਸਣਕੀ ਕਹਿ ਦੋ ਮੇਰੇ ਵਰਗੇ, ਉਹ ਤਾਂ ਇਹ ਕੰਮ ਕਰਨਗੇ ਨਾ, ਤੇ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਗੇ ਜੀ। ਪਰ ਵੈਸੇ ਜੇ ਮੈਂ ਇੱਕ ਪਲ ਦੇ ਲਈ ਤੁਹਾਨੂੰ ਪੁੱਛਾਂ, ਤੁਹਾਡੀ ਆਤਮਾ ਕੀ ਕਹਿੰਦੀ ਹੈ ਵੀ ਜੇ ਉਹ ਢੱਠਾ ਅਕਾਲ ਤਖਤ ਸਾਹਿਬ ਦਾ ਦਰਸ਼ਨ ਦੀਦਾਰ ਸਤਵੰਤ ਸਿੰਘ ਤੇ ਬੇਅੰਤ ਸਿੰਘ ਕਰ ਲੈਂਦੇ ਨੇ, ਉਹ ਅਤੀਤ ਵੱਲ ਵਾਪਸ ਮੁੜਦੇ ਆ ਵੀ ਨਹੀਂ, ਇਹ ਗੱਲ ਜੋ ਭਾਜੀ ਮੋੜਨੀ ਹੈ, ਕੌਮ ਦੀ ਲੱਥੀ ਪੱਗ ਜਿਹੜੀ ਉਹ ਕੌਮ ਦੇ ਸਿਰ ਤੇ ਰੱਖਣੀ ਹੈ। ਤੁਹਾਨੂੰ ਲੱਗਦਾ ਵੀ ਉਹ ਜੇ ਉਸੇ ਪ੍ਰਕਾਰ ਬਚਾ ਕੇ ਰੱਖਿਆ ਜਾਂਦਾ ਤੇ ਅੱਜ ਇਹ ਪ੍ਰਚਾਰ ਨਹੀਂ ਸੀ ਕਰਨੇ ਪੈਣੇ, ਇੰਟਰਵਿਊ ਨਹੀਂ ਸੀ ਕਰਨੀਆਂ ਪੈਣੀਆਂ? ਨਾ, ਬਿਲਕੁਲ ਨਹੀਂ। ਦੇਖੋ, ਗੱਲ ਹੈ ਅਸੀਂ ਇਤਿਹਾਸ ਨੂੰ ਖੁਦ ਖਤਮ ਕੀਤਾ। ਲਾਇਬ੍ਰੇਰੀ ਤਾਂ, ਆ ਜਿਹੜਾ ਉਜਾੜਾ ਹੋਇਆ ਉਹਦਾ ਤਾਂ, ਜਿਹੜੀਆਂ ਉੱਥੇ ਗੋਲੀਆਂ ਦੇ ਨਿਸ਼ਾਨ ਸੀ ਉਹ ਤਾਂ, ਉਹਨਾਂ ਦੇ ਉਹ ਜਿਹੜਾ ਇੱਕ ਲਾਇਆ ਸੀ ਉੱਥੇ ਫਿਰ 40 ਕੁ ਲੱਖ ਰੁਪਏ ਆਇਆ ਸੀ। ਉਹ ਉੱਥੋਂ ਦਾ ਸੀ ਦਿੱਲੀ ਕਮੇਟੀ ਦਾ ਇੱਕ ਬੰਦਾ। ਫਿਰ ਦਰਸ਼ਨ ਸਿੰਘ ਰਾਗੀ ਵੇਲੇ ਸਾਰੇ ਗਏ, ਕੂਚੀਆਂ ਫੇਰੀਆਂ ਗਈਆਂ, ਜਿਹੜੇ ਨਿਸ਼ਾਨ ਮਿਟਾਏ ਗਏ। ਹਾਂ, ਸਾਰੀਆਂ ਕੂਚੀਆਂ ਜਿਹੜੇ ਰੰਗ ਰੋਗਨ ਉਦੋਂ ਫਿਰ ਹੋਏ, ਉੱਥੇ ਵੀ 40 ਲੱਖ ਰੁਪਏ ਆਇਆ। ਨਹੀਂ, ਇੱਕ ਗੱਲ ਦੱਸੋ ਮੈਨੂੰ, ਮੇਰੇ ਸਵਾਲਾਂ ਦੇ ਵਿੱਚ ਸਵਾਲ ਸੀ, ਕੁਦਰਤੀ ਤੁਸੀਂ ਪਹਿਲਾਂ ਲੈ ਲਿਆ। ਇੱਕ ਚੀਜ਼ ਦੱਸੋ, ਪਹਿਲੀ ਗੱਲ ਤੇ ਅਕਾਲ ਤਖਤ ਸਾਹਿਬ ਉਸੇ ਪ੍ਰਕਾਰ ਉਹ ਇਮਾਰਤ ਜਿਹੜੀ ਹੈ ਰਹਿਣ ਦਿੰਦੇ, ਠੀਕ? ਦੇਖੋ, ਤਖਤ ਦਾ ਸੰਕਲਪ ਤੇ ਸਾਡੇ ਅੰਦਰ ਹੈ ਨਾ, ਨਾਲ ਜਿਵੇਂ ਤੁਸੀਂ ਦੱਸਿਆ ਵੀ ਬਾਬਾ ਜੀ ਨੇ ਕਿਹਾ ਵੀ ਆਪਾਂ ਨਾਲ ਇੱਕ ਅਕਾਲ ਤਖਤ ਸਾਹਿਬ ਬਣਾ ਦਿੰਦੇ ਆ, ਉਹ ਉਸੇ ਪ੍ਰਕਾਰ ਰਹਿਣ ਦਿਓ। ਇੱਧਰ ਦੇਖਣ ਤੇ ਉੱਧਰ ਦੇਖਣ ਤੇ ਆਪਣੇ ਆਪ ਸਮਝਣ ਉਸ ਗੱਲ ਨੂੰ, ਠੀਕ ਹੈ? ਉਹ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋ? ਮੈਂ ਵੀ ਐਗਰੀ ਕਰਦਾ ਵਾਂ। ਮੈਂ ਕਹਿੰਦਾ ਵੀ ਜੋ ਵੇਖ ਕੇ ਮੈਂ ਆ ਜਾਂਦਾ ਨਾ, ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਦਾ ਵੀ ਨਹੀਂ, ਸਾਡੇ ਨਾਲ ਕੀ ਹੋਇਆ, ਆ ਇੰਟਰਵਿਊ ਕਰਨ ਦੀ ਤੇ ਲੋੜ ਹੀ ਨਹੀਂ ਸੀ ਪੈਣੀ, ਦਰਸ਼ਨ ਦੀਦਾਰ ਕਰਕੇ ਆ। ਔਰ ਸੁਨੀਲ ਦੱਤ ਨੇ ਇੱਕ ਵਾਰੀ ਪਦ ਯਾਤਰਾ ਕੀਤੀ ਸੀ ਬੰਬੇ ਤੋਂ। ਹਾਂ, ਇਹ ਗੱਲ ਤੁਸੀਂ ਲਿਖੀ, ਇਹ ਗੱਲ ਸੱਚੀ ਹੈ? ਹਾਂਜੀ, ਬਿਲਕੁਲ। ਉਹਨੇ ਪੈਦਲ ਯਾਤਰਾ ਮੁੰਬਈ ਤੋਂ ਦਰਬਾਰ ਸਾਹਿਬ ਪੈਦਲ ਕਿਉਂ ਆਇਆ ਸੀ? ਆਪਣੀ ਕੁੜੀ ਨਾਲ। ਹਾਂ, ਕਿ ਮੈਂ ਜਾ ਕੇ ਉੱਥੇ ਬੰਦੇ ਮਿਲਣਾ ਲੋਕਾਂ ਨੂੰ। ਸੰਜੇ ਦੱਤ ਦਾ ਪਿਓ, ਸੰਜੇ ਦੱਤ, ਸੁਨੀਲ ਦੱਤ। ਮੈਂ ਤੁਹਾਨੂੰ ਉਸ ਦੇਖਿਆ ਜਦੋਂ ਪੌਂਟਾ ਸਾਹਿਬ ਉਹ ਮਨਜੀਤ ਤੇ ਜਗਜੀਤ ਦੀ ਸ਼ੂਟਿੰਗ ਤੇ ਸੀ,
ਇਹ ਉਸੇ ਉਧਰ ਨਾਲ ਦੇ ਪਿੰਡ ਨੇ ਦੇ ਨਾਲ ਹੀ ਲੱਗਦੇ ਨੇ ਨਾ, ਉਸੇ ਇਲਾਕੇ ਦਾ ਸੁਨੀਲ ਦੱਤ। ਆਪਣੀ ਮਾਂ ਦੀ ਸੇਵਾ ਝੋਲੀ 'ਚ ਉਹਦੇ ਜੁੱਤੀਆਂ ਪਾ ਕੇ ਤੇ ਮਗਰ ਮਗਰ ਤੁਰਿਆ ਹੁੰਦਾ ਸੀ ਸੁਨੀਲ ਦੱਤ। ਇੰਨਾ ਉਹ ਮਤਲਬ ਕਿ ਨਹੀਂ, ਸੁਨੀਲ ਦੱਤ ਮੁੰਬਈ ਤੋਂ ਪੈਦਲ ਚੱਲ ਕੇ ਦਰਬਾਰ ਸਾਹਿਬ ਕਿਉਂ ਆਇਆ ਸੀ? ਉਹ ਵੀ ਮੈਂ ਜਾ ਕੇ ਲੋਕਾਂ ਨਾਲ ਗੱਲ ਕਰਾਂ ਵੀ ਕਦ ਤੱਕ ਤੁਸੀਂ ਮਤਲਬ ਕਿ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਓਗੇ ਜਾਂ ਮੰਦਾ ਭਲਾ ਬੋਲੀ ਬੋਲੀਗੇ। ਉਹਨੂੰ ਕਹਿੰਦੇ ਤੈਨੂੰ ਮਾਰ ਦੇਣਗੇ, ਕਹਿੰਦਾ ਕੋਈ ਨਹੀਂ ਮਾਰ ਦੇਣਗੇ, ਚੱਲਣਗੇ, ਮੈਂ ਜਾਊਂਗਾ। ਉਹ ਆਇਆ। ਇਹ ਅਟੈਕ ਤੋਂ ਪਹਿਲਾਂ ਆਇਆ ਕਿ ਬਾਅਦ ਚ ਆਇਆ? ਬਾਅਦ। ਅੱਛਾ, ਅਟੈਕ ਤੋਂ ਬਾਅਦ ਚ ਆਇਆ। ਜਦੋਂ ਆਇਆ ਤੁਸੀਂ ਇਹ ਦੇਖੋ ਵੀ ਉਹਨੂੰ ਉਹ ਗੁਰੂ ਰਾਮਦਾਸ ਜਿਹੜੇ ਸਰਾਂ ਦੇ ਗੇਟ ਹੈ ਨਾ, ਉੱਥੋਂ ਸਿੱਖ ਯੋਧੇ ਕਿਰਪਾਨਾਂ ਦੀ ਸਲਾਮੀ ਦੇ ਕੇ ਅੰਦਰ ਲੈ ਕੇ ਆਏ ਸੀ। ਠੀਕ ਹੈ, ਤੇ ਉਹ ਇੰਨਾ ਕੁ ਪ੍ਰਭਾਵਿਤ ਹੋਇਆ, ਉਹਨੇ ਇੱਕ ਗੱਲ ਬੜੀ ਕਿਤੇ ਕਾਂਗਰਸ ਨੂੰ ਕਹੀ ਵੀ ਯਾਰ ਉਹ ਜੋ ਖਾਲਿਸਤਾਨ ਦਾ ਰੌਲਾ ਪਾ ਗਿਆ ਸੀ, ਇੰਨਾ ਮਤਲਬ ਕਿ ਬਖੇੜਾ ਖੜਾ ਕੀਤਾ। ਪੰਜਾਬ ਕਿਹੜਾ ਇੱਥੇ ਰਹਿ ਗਿਆ? ਪੰਜਾਬ 5 ਦਰਿਆ ਤਾਂ ਰਹੇ ਨਹੀਂ, 2-2.5 ਦਰਿਆ ਆਪਣੇ ਕੋਲ ਰਹਿ ਗਏ, ਤੇ ਆਪਾਂ ਇੰਨੀਆਂ ਸਟੇਟਾਂ ਦੇ ਨਾਂ ਬਦਲਤੇ ਤਾਂ ਇਹਨਾਂ ਖਾਲਿਸਤਾਨ ਰੱਖ ਦਿਓ। ਪਰ ਹੁਣ ਜਿਹੜਾ ਸਿਆਸਤ ਖਾਲਿਸਤਾਨਾਂ ਦੇ ਕਰਨੀ ਉਹ ਜਾਂਦੀ ਨਹੀਂ, ਫਿਰ ਕਾਂਗਰਸ ਨੇ ਇਹ ਗੱਲ ਨੂੰ ਰਿਫਿਊਜ਼ ਕਰਤਾ। ਉਹਨੇ ਸੁਜੈਸ਼ਨ ਦਿੱਤੀ ਸੀ। ਨਹੀਂ, ਸੰਜੇ ਦੱਤ ਦਾ ਪਿਓ ਸੁਨੀਲ ਦੱਤ ਮੁੰਬਈ ਤੋਂ ਆਪਣੀ ਬੇਟੀ ਨਾਲ ਪੈਦਲ ਚੱਲ ਕੇ, ਮੁੰਬਈ ਇੱਥੇ ਨਹੀਂ ਕਿ ਬੜੀ ਦੂਰ ਹੈ, ਇੱਥੋਂ 1800 ਕਿਲੋਮੀਟਰ ਹੈ। ਬੱਲੇ ਬੱਲੇ, 1800 ਕਿਲੋਮੀਟਰ ਪੈਦਲ ਚੱਲ ਕੇ ਆਇਆ। ਔਰ ਉਹਨੇ ਗੱਲ ਕਹੀ ਵੀ ਇੱਥੇ ਕੋਈ ਐਸਾ ਕੁਝ ਨਹੀਂਗਾ, ਵੀ ਕੋਈ ਇੱਥੇ ਕੋਈ ਅੱਤਵਾਦੀ ਨਹੀਂਗਾ, ਕੋਈ ਮਾਹੌਲ ਨਹੀਂਗਾ, ਇਹਨਾਂ ਨੂੰ ਦੇ ਦਿਓ। ਨਹੀਂ, ਕਹਿੰਦਾ ਵੀ ਗੱਲ ਹੈ ਕਿ ਆਪਾਂ ਕਿਸੇ ਦੀ ਸੁਣਾਂਗੇ ਨਹੀਂ, ਪ੍ਰੋਬਲਮ ਤਾਂ ਫਿਰ ਵਧੇਗੀ। ਪ੍ਰੋਬਲਮ ਜਦੋਂ ਹੈ ਹੀ ਨਹੀਂ, ਜੇ ਹੈਗੀ ਹੈ ਪ੍ਰੋਬਲਮ, ਤੁਸੀਂ ਐਡਰੈਸ ਹੀ ਨਹੀਂ ਕਰਨਾ, ਤੇ ਉਹਦੇ ਬੇਸ ਤੇ ਇਲੈਕਸ਼ਨਾਂ ਹੀ ਜਿੱਤਣੀਆਂ। ਤੁਹਾਨੂੰ ਪਤਾ ਜੀ ਇਹ ਜਿਹੜੀ ਅੱਜ ਕਾਂਗਰਸ ਕਹਿ ਰਹੀ ਹੈ ਨਾ ਵੀ ਇੰਜ ਕਰ ਰਹੇ ਸੀ, ਯਾਨੀ 21 ਮੀਟਿੰਗਾਂ ਹੋਈਆਂ ਇੰਦਰਾ ਗਾਂਧੀ ਦੀਆਂ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ, 21 ਮੀਟਿੰਗਾਂ ਸਿੱਖਾਂ ਦੇ ਰਿਪਰੈਜ਼ੈਂਟੇਟਿਵਸ ਦੇ ਨਾਲ। ਤੇ ਐਂਡਡ ਇਨ ਆਪਰੇਸ਼ਨ ਬਲੂ ਸਟਾਰ। ਉਹਨੇ ਸਾਰੇ ਪਰਖ ਲਏ ਵੀ ਨਹੀਂ, ਸਾਨੂੰ 21 ਮੀਟਿੰਗ ਤੋਂ ਬਾਅਦ ਕੀ ਮਿਲਿਆ? ਮੈਂ ਭਰੇ ਮਨ ਵਾਲੇ ਗੱਲ ਲੱਗਿਆ ਡਾਕਟਰ ਸਾਹਿਬ, ਆਪਰੇਸ਼ਨ ਬਲੂ ਸਟਾਰ, ਲਾਸ਼ਾਂ, ਬਸ ਬਲੂ ਸਟਾਰ, ਦਰਬਾਰ ਸਾਹਿਬ, ਸੰਤ ਸ਼ਹੀਦ ਕਰਵਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ, ਜਨਰਲ ਸ਼ਬੀਕ ਸਿੰਘ, ਸਾਰੇ ਕਰਾ। ਹੁਣ ਉਹਦੇ ਹੁਣ ਉਹਦੇ ਤੇ ਅਸੀਂ ਆਪਣੀਆਂ ਦੁਕਾਨਾਂ ਖੋਲੀਆਂ ਹੋਈਆਂ, ਸਿਆਸੀ ਦੁਕਾਨਾਂ ਤੇ ਧਾਰਮਿਕ ਦੁਕਾਨਾਂ। 84 ਦੀ ਗੱਲ ਕੋ ਕਰਦਾ ਪਿਆ ਉੱਥੇ ਜਾ ਕੇ? ਸਰ 84 ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਗੱਲ ਕਰਦਾ ਪਿਆ ਉੱਥੇ ਜਾ ਕੇ? ਉਹ ਤਾਂ ਹੋਮ ਮਿਨਿਸਟਰ ਨੇ ਕਿਹਾ ਇਹਨਾਂ ਨੂੰ ਵੀ ਤੁਸੀਂ ਦੱਸੋ, ਅੱਜ ਜੂਨ 2019 ਦਾ ਲਿਖ ਕੇ ਦਿੱਤਾ ਵੀ ਦੱਸੋ ਕਿਹੜਾ ਸਮਾਨ ਨਹੀਂ ਆਇਆ। ਇਹ ਕਿਉਂ ਨਹੀਂ ਲਿਖ ਕੇ ਦਿੰਦੇ? ਠੀਕ ਹੈ, ਨਹੀਂ, ਇਹਨਾਂ ਕੋਲ ਡਾਟਾ ਹੀ ਹੈ ਨਹੀਂਗਾ। ਬਈ ਮੈਂ ਉਹਦੇ ਬਾਰੇ ਕੀ ਕਹਾਂ? ਇਹਨਾਂ ਨੇ ਕਹਿਣਾ ਮੈਨੂੰ ਪੁੱਛਦੇ, ਮੈਂ ਤਾਂ ਉੱਥੇ ਹਫਤਾ ਪੈ ਕੇ ਲਿਖ ਕੇ ਦੇ ਦਿੰਦਾ। ਫਿਰ ਉਸ ਤੋਂ ਬਾਅਦ ਆ ਜਾਓ, ਇੱਕ ਤਾਂ ਲਾਇਬ੍ਰੇਰੀ ਦਾ, ਗੁਰਦੁਆਰਾ ਗਿਆਨ ਗੋਦੜੀ ਕਦੋਂ ਦਾ ਕਬਜ਼ਾ ਹੋਇਆ? ਤੁਸੀਂ ਸਰਕਾਰ ਵੀ ਉਹਨਾਂ ਨਾਲ ਚਲਾ ਲਈ ਜਿਨ੍ਹਾਂ ਨੇ ਕਬਜ਼ਾ ਕੀਤਾ। ਮੈਂ ਪੁੱਛਿਆ ਕੁਝ ਭਾਜਪਾ ਵਾਲੇ ਦੋਸਤਾਂ ਨੂੰ, ਮੈਂ ਕਿਹਾ ਯਾਰ ਮੈਨੂੰ ਗੱਲ ਦੱਸੋ ਵੀ ਉਹ ਸਾਡਾ ਗਿਆਨ ਕੋ ਕਹਿੰਦਾ ਸੀ ਦੇਣ ਨੂੰ ਤਿਆਰ ਆ, ਪਰ ਉੱਥੇ 80 ਗਜ਼ ਜਗ੍ਹਾ ਸੀ ਉਹ ਦੇ ਦਿੰਦੇ ਆ। ਕਹਿੰਦੇ ਇਹ ਕਹਿੰਦੇ ਨੇ ਸਾਨੂੰ ਬਾਹਰ ਦਿਓ 3 ਏਕੜ ਜ਼ਮੀਨ। ਉਹਦਾ ਇਹਨਾਂ ਨੇ ਪ੍ਰਚਾਰ ਵੀ ਸ਼ੁਰੂ ਕੀਤਾ। ਇੱਥੇ ਜਵੱਦੀ ਟਕਸਾਲ 'ਚ ਇੱਕ ਮੀਟਿੰਗ 'ਚ ਦਲਵਿੰਦਰ ਸਿੰਘ ਗਰੇਵਾਲ ਨੇ ਕਿਹਾ ਜੀ ਇਹ ਜਗ੍ਹਾ ਉੱਥੇ ਨਹੀਂ ਸੀ, ਇਹ ਉੱਥੋਂ ਸ਼ਹਿਰ ਤੋਂ ਬਾਹਰ ਹੈ 2-3 ਕਿਲੋਮੀਟਰ। ਮੈਂ ਕਿਹਾ ਜੇ ਗੰਗਾ ਬਾਹਰ ਵਗਦੀ ਕਿ ਉੱਥੇ ਵਗਦੀ? ਮੈਂ ਕਿਹਾ ਅਸੀਂ ਆਪਣੀ ਜਿਹੜੀ ਹੈ ਨਾ, ਸਾਨੂੰ ਜਗ੍ਹਾ ਨਹੀਂ, ਜਗ੍ਹਾ ਕਿਤੇ ਹੋਰ ਦੇ ਦਿਓ, ਜਦੋਂ ਵੱਡੀ ਦੇ ਦਿਓ। ਪੂਰੀ ਦੇ ਵਿੱਚ ਬਾਹਰ ਜਗ੍ਹਾ ਲੈ ਲਈ 3 ਏਕੜ, ਨਕਲੀ ਗੁਰਦੁਆਰਾ ਬਣ ਗਿਆ। ਅੱਜ ਤੁਹਾਡੇ ਲਈ ਉਹ ਇੱਕ ਕੰਟਰੋਵਰਸੀ ਬਣ ਗਈ। ਕੰਟਰੋਵਰਸੀ ਦੀ ਤੁਸੀਂ ਇਤਿਹਾਸ ਤੋਂ ਉਖੜ ਗਏ। ਸਿੱਕਿਮ ਦੇ ਗੁਰਦੁਆਰੇ ਦੀ ਕੋਈ ਗੱਲ ਹੀ ਨਹੀਂ ਕਰਦਾ। ਜੇ ਕਹ ਲਈਏ ਵੀ ਮੋਦੀ ਨਾਲ ਆਪਣੇ ਸਵਾਰਥ ਪੂਰੇ ਕਰਨ ਦੇ ਲਈ ਚਲੇ ਜਾਂਦੇ ਆ। ਸਰ ਪਹਿਲਾਂ ਵੀ ਸਵਾਰਥ ਪੂਰੇ ਕਰਦੇ, ਹੁਣ ਵੀ ਸਵਾਰਥ ਪੂਰੇ ਕਰ ਰਹੇ ਨੇ। ਪਰ ਇਹ ਗੱਲ ਦੱਸੋ, ਜਦੋਂ ਸੁਨੀਲ ਦੱਤ ਆਇਆ ਦਰਬਾਰ ਸਾਹਿਬ ਦੇ ਵਿੱਚ, ਉਹਨੂੰ ਕਿਰਪਾਨਾਂ ਦੀ ਪਰਛਾਵੇਂ ਦੇ ਨਾਲ ਲੈ ਕੇ ਗਏ ਵੀ ਭਾਈ ਚੱਲ ਕੇ ਆਇਆ ਦਰਬਾਰ ਸਾਹਿਬ ਦੇ ਵਿੱਚ, ਪਰ ਉਹਨੇ ਗੱਲ ਵੀ ਕੀਤੀ ਇਹਨਾਂ ਦੀ ਵੀ ਤੁਸੀਂ ਖਾਲਿਸਤਾਨ ਬਾਈ ਇਹਨਾਂ ਨੂੰ ਦੇ ਦਿਓ, ਹਨਾ? ਨਹੀਂ, ਖਾਲਿਸਤਾਨ ਪੰਜਾਬ ਦਾ ਨਾਮ ਬਦਲ ਦਿਓ, ਪੰਜਾਬ ਦਾ ਨਾਮ ਬਦਲ ਦਿਓ, ਚਲੋ ਖਾਲਿਸਤਾਨ ਰੱਖ ਦਿਓ, ਹਨਾ? ਫਿਰ ਵੀ ਕੁਝ ਸਟੇਟਮੈਂਟ ਤੇ ਹੱਕ 'ਚ ਦੇ ਗਿਆ ਨਾ। ਨਹੀਂ, ਤੁਸੀਂ ਕਲਕੱਤੇ ਨੂੰ ਕੋਲਕਾਤਾ ਕਹਿੰਦੇ ਹੋ, ਹਾਂ, ਮਦਰਾਸ ਨੂੰ ਚੇਨਈ ਕਰਤਾ, ਹਾਂ, ਇਲਾਹਾਬਾਦ ਨੂੰ ਪ੍ਰਯਾਗ ਕਰਤਾ। ਸਾਰੇ ਨਾਮ ਬਦਲ ਰਹੇ ਆ ਨਾ ਆਪਾਂ, ਤੇ ਪੰਜਾਬ ਦਾ ਨਾਮ ਬਦਲ ਦਿੰਦੇ। ਮਤਲਬ ਕਿ ਸਾਡਾ ਟੰਟਾ ਹੀ ਖਤਮ ਹੁੰਦਾ। ਹੁਣ ਜੇ ਟੰਟਾ ਖਤਮ ਹੁੰਦਾ, ਸਿਆਸਤ ਖਤਮ ਹੁੰਦੀ ਹੈ। ਨਹੀਂ, ਫਿਰ ਜਿਹੜੀਆਂ ਖਾਲਿਸਤਾਨੀ ਧਿਰਾਂ ਸੀ,
ਉਹਨਾਂ ਦਾ ਫਿਰ ਕੀ ਰਿਐਕਸ਼ਨ ਸੀ? ਉਹ ਸਾਰੇ ਨਾਲ ਆਏ ਕਿ ਵਿਰੋਧ ਚ ਆਏ? ਸਰ ਜੋ ਸਿੱਖ ਧਿਰਾਂ ਹੀ ਜਿਹੜੀਆਂ ਸਰਕਾਰ ਦੀਆਂ ਖੜੀਆਂ ਕੀਤੀਆਂ ਸੀ, ਜਿਹੜੀਆਂ ਧਿਰਾਂ ਖੜੀਆਂ ਕੀਤੀਆਂ, ਮੈਨੂੰ ਦੱਸੋ ਕੌਣ ਸੀ ਉਹ ਆਪਣਾ USA ਵਾਲਾ ਗੰਗਾ ਸਿੰਘ ਢਿੱਲੋਂ? ਗੰਗਾ ਸਿੰਘ ਸੀ ਨਾ, ਮੇਬੀ। ਹਾਂ ਗੰਗਾ ਸਿੰਘ ਗਿਆਨੀ ਜੈਲ ਸਿੰਘ ਕੋਲ ਆ ਕੇ ਠਹਿਰਿਆ। ਵੀਜ਼ਾ ਕਿਹਨੇ ਦਿੱਤਾ? ਰਾਸ਼ਟਰਪਤੀ ਭਵਨ 'ਚ ਠਹਿਰ ਰਿਹਾ। ਤੇ ਸਤੀਸ਼ ਕੁਮਾਰ ਦਾ ਹੁੰਦਾ ਸੀ ਰਾਜੀਵ ਗਾਂਧੀ ਦਾ ਕਲੋਜ਼ ਏਡੀ, ਪਾਇਲਟ ਵੀ ਉਹ ਵੀ ਸੀ। ਉਹਨੇ ਸਵਾਲ ਪਾਰਲੀਮੈਂਟ 'ਚ ਕਰਤਾ ਵੀ ਉਹ ਆ ਕੇ ਰਾਸ਼ਟਰਪਤੀ ਭਵਨ ਕਿਵੇਂ ਠਹਿਰਿਆ? ਦੂਜੇ ਦਿਨ ਗਿਆਨੀ ਨੇ ਜਵਾਬ ਭੇਜਤਾ ਜੈਲ ਸਿੰਘ ਨੇ ਵੀ ਵੀਜ਼ਾ ਤੁਸੀਂ ਦਿੱਤਾ, ਮੈਂ ਦਿੱਤਾ। ਜੀ ਠੀਕ ਹੈ। ਜਿੰਨੇ ਬੰਦੇ ਸੀ ਖਾਲਿਸਤਾਨ ਮੂਵਮੈਂਟ ਵਾਲੇ ਬਾਹਰ, ਮੈਨੂੰ ਇੱਕ ਬੰਦਾ ਮਿਲਿਆ ਬਾਹਰ, ਮੈਂ 2016 'ਚ ਗਿਆ ਜਦੋਂ ਇੰਗਲੈਂਡ। ਕਹਿੰਦੇ ਜੀ ਤੁਸੀਂ ਤੁਹਾਡੇ ਖਾਲਿਸਤਾਨ ਬਾਰੇ ਕੀ ਖਿਆਲ ਹੈ? ਮੈਂ ਜੀ ਤੁਸੀਂ ਇੱਥੇ ਲੈਣਾ ਕਿ ਉੱਥੇ ਲੈਣਾ ਇੰਗਲੈਂਡ 'ਚ? ਕਹਿੰਦਾ ਨਹੀਂ ਉੱਥੇ, ਮੈਂ ਪ੍ਰਾਪਰਟੀ ਇੱਥੇ ਬਣਾਈਆਂ ਜੀ, ਵੇਚ ਵਟ ਕੇ ਆ ਜਾਓ ਉੱਥੇ। ਇਹ ਕੋਈ ਨਾ ਧੂੜ 'ਚ ਟੱਟੂ ਛੱਡਿਆ ਹੋਇਆ ਜਿਹੜਾ ਰੌਲਾ ਪਾਉਂਦਾ ਰਹਿੰਦਾ, ਬੱਚੇ ਲੋਕਾਂ ਦੇ ਮਰਦੇ ਨੇ। ਜਗਜੀਤ ਸਿੰਘ ਚੌਹਾਨ ਜਿਹੜਾ ਸਭ ਤੋਂ ਵੱਡਾ ਦਾ ਪ੍ਰੋਟੈਗਨਿਸਟ 78 'ਚ ਇੱਥੇ ਆਇਆ। ਸਾਡਾ ਉਦੋਂ 34 ਨਹਿਰੂ ਨਗਰ 'ਚ ਰਹਿੰਦੇ ਸੀ। ਤੇ ਜਦੋਂ ਚਲਾ ਗਿਆ ਨਾ, ਫਾਦਰ ਸਾਹਿਬ ਕਹਿੰਦੇ ਹੁਣ ਜਾ ਕੇ ਇੰਦਰਾ ਨੂੰ ਮਿਲੇਗਾ। ਉਹ ਇੰਦਰਾ ਨੂੰ ਮਿਲਿਆ ਉੱਥੇ ਜਾ ਕੇ। ਉਹ ਸਾਰੇ ਬੰਦੇ ਇਹਨਾਂ ਨੇ ਆਪ ਛੱਡ ਕੇ, ਮੂਵਮੈਂਟ ਖੜੀ ਕਰਕੇ, ਇੱਕ ਕੌਮ ਨੂੰ ਬਦਨਾਮ ਕਰਕੇ ਉਹਨਾਂ ਦੇ ਬੱਚਿਆਂ ਦਾ ਘਾਣ ਕਰ ਲਿਆ। ਜੀ ਇਹਦਾ ਮਤਲਬ ਹੁਣ ਆਪਾਂ ਉਸ ਮੁੱਦੇ ਤੇ ਫਿਰ ਦੁਬਾਰਾ ਆ ਜਾਈਏ ਵੀ ਅਕਾਲ ਤਖਤ ਸਾਹਿਬ ਉਸੇ ਪ੍ਰਕਾਰ ਹੀ ਰਹਿਣ ਦਿੰਦੇ ਤੇ ਬਹੁਤ ਵੱਡਾ ਪ੍ਰਚਾਰ ਸੀ, ਉਹ ਤੇ ਹੋ ਗਿਆ। ਪਰ ਜਿਹੜੇ ਤੇਜਾ ਸਿੰਘ ਸਮੁੰਦਰੀ ਹਾਲ ਹੋ ਗਿਆ, ਦਰਬਾਰ ਸਾਹਿਬ ਹੋ ਗਿਆ, ਅਕਾਲ ਤਖਤ ਸਾਹਿਬ ਤੇ ਚਲੋ ਸਾਰਾ ਦੁਬਾਰਾ ਹੀ ਬਣਾਤਾ ਨਾ। ਜਿਹੜੀਆਂ ਬਾਕੀ ਜਿਤਨੀਆਂ ਵੀ ਲਾਗੇ ਬਿਲਡਿੰਗਸ ਸਨ ਜਿਹੜੀਆਂ ਸਾਡੀਆਂ, ਬਾਕੀ ਕਿਸੇ ਨੇ ਕੀ ਕੀਤਾ ਉਹ ਵੱਖਰਾ ਵਿਛਾ ਗਿਆ। ਉਹ ਸਾਰੀਆਂ ਦੇ ਨਿਸ਼ਾਨ ਸਮੇਂ ਦੇ ਉੱਪਰ ਕਿਉਂ ਮਿਟਾਏ ਜਾ ਰਹੇ ਨੇ? ਇਹਦਾ ਕਾਰਨ ਕੀ ਹੈ? ਇਹ ਸਰ ਪੈਟਰਨ ਹੈ। ਦੇਖੋ ਇਹ ਕਾਂਗਰਸ ਦਾ ਪੈਟਰਨ ਸੀ। ਪੌਂਟਾ ਸਾਹਿਬ ਗੁਰਦੁਆਰਾ ਹੋਇਆ, ਉੱਥੇ ਗੋਲੀਆਂ ਦੇ ਨਿਸ਼ਾਨ ਸਨ। ਤੁਸੀਂ ਜਿਸ ਤਰ੍ਹਾਂ ਆਪਾਂ ਜਦੋਂ ਜਾਂਦੇ ਆ ਨਾ ਮੱਥਾ ਟੇਕਣ, ਤੇ ਇਹ ਹੁਣ ਇੰਜ ਹੈ ਨਾ ਮੱਥਾ ਟੇਕਣ ਦਾ ਸਿਸਟਮ, ਉਦੋਂ ਇੰਜ ਸੀ। ਦਰਬਾਰ ਸਾਹਿਬ ਇੰਜ ਸੀ, ਤੇ ਸਾਹਮਣੇ ਸੀ ਆਪਣਾ ਤਖਤ ਸਥਾਨ ਜਿੱਥੇ ਬਾਬਾ ਅਜੀਤ ਸਿੰਘ ਦਾ ਬਰਥ ਹੋਇਆ ਜੀ। ਉੱਥੇ ਦਸਮ ਗ੍ਰੰਥ ਦਾ ਪ੍ਰਕਾਸ਼ ਹੁੰਦਾ ਸੀ। ਤੇ ਪਾਠੀਆਂ ਨੇ ਜਦੋਂ ਗੋਲੀਆਂ ਮਾਰੀਆਂ ਨੇ ਇਸ ਸਾਈਡ ਤੋਂ, ਤੇ ਉਸ ਸਾਈਡ 'ਤੇ ਜਾ ਕੇ ਕੰਧ 'ਤੇ ਲੱਗੇ ਜਿਹੜੀਆਂ, ਉਹ ਨਿਸ਼ਾਨ ਮੈਂ ਖੁਦ ਦੇਖੇ ਨੇ। ਠੀਕ ਹੈ, ਪਰ ਉਸ ਤੋਂ ਬਾਅਦ ਕਾਰ ਸੇਵਾ ਕਰ ਦਿਓ, ਖਤਮ। ਬਿਲਡਿੰਗ ਕਿਉਂ ਮਟਾਉਣਾ ਕਿਉਂ ਚਾਹੁੰਦੇ ਆ? ਇਹ ਤਾਂ ਸਰਕਾਰ ਨੇ ਦੇਖੋ 1964 'ਚ ਇਹ ਕਬਜ਼ਾ ਲਿਆ ਉੱਥੇ ਪੌਂਟਾ ਸਾਹਿਬ ਦਾ ਗੁਰਦੁਆਰੇ ਦਾ। ਸਾਕਾ 64 ਦਾ, ਮਈ 64 ਦਾ। ਤੇ 64 ਤੋਂ ਲੈ ਕੇ 78 ਤੱਕ ਉਹ 77-78 ਤੱਕ ਉਹ ਮਹੰਤ ਗੁਰਦਿਆਲ ਸਿੰਘ ਜਿਉਂਦਾ ਰਿਹਾ। ਇਹ ਕਿਟ ਨਹੀਂ ਕਿਸੇ ਨੇ ਹਿਲਾਈ। ਜਦੋਂ ਉਹਦੀ ਡੈਥ ਹੁੰਦੀ ਹੈ, ਕਾਰ ਸੇਵਾ ਵਾਲੇ ਅੰਦਰ ਕੋਈ ਚੀਜ਼ ਨਹੀਂ ਛੱਡੀ, ਸਾਰੀ ਗੂ ਛੂ ਪ੍ਰਾਪਤ ਚੀਜ਼ ਕੋਈ ਨਹੀਂ ਛੱਡੀ। ਨਾ ਬਾਬਾ ਅਜੀਤ ਸਿੰਘ ਦਾ ਜਨਮ ਸਥਾਨ, ਨਾ ਬੋਰਡ ਦਾ ਦਰਖਤ ਜਿੱਥੇ ਆ ਕੇ ਗੁਰੂ ਸਾਹਿਬ ਨੇ। ਇਹਦਾ ਮਤਲਬ ਮੰਤ ਸਾਰੇ ਮਾੜੇ ਨਹੀਂ ਸੀ। ਇੱਕ ਮਿੰਟ, ਉਹ ਜਿਹੜਾ ਮਾੜਾ ਸੀ ਉਹ ਤੇ ਨਾਲ ਲਾ ਲਿਆ ਇਹਨਾਂ ਨੇ। ਬਲਦੇਵ ਸਿੰਘ ਸਭ ਤੋਂ ਝੂਠਾ ਜਿਹੜਾ ਸੀ ਸਾਰੀ ਫੈਮਿਲੀ ਦਾ ਬੰਦਾ, ਉਹ ਤੇ ਨਾਲ ਲਾ ਲਿਆ ਇਹਨਾਂ ਨੇ। ਸਰਦਾਰ ਨੂੰ ਮਾਰੇ ਸਰਦਾਰ ਜਾਂ ਮਾਰੇ ਕਰਤਾਰ। ਇੱਕ ਅਫਵਾਹ ਫੈਲ ਗਈ ਜੰਗਲ 'ਚ ਕਿ ਜੀ ਕੁਹਾੜੇ ਆ ਗਏ ਨੇ, ਤੇ ਜੰਗਲ ਦੇ ਸਰਦਾਰ ਨੇ ਕਿਹਾ ਵੀ ਜਾ ਕੇ ਦੇਖੋ ਆਪਣੇ 'ਚ ਤਾਂ ਨਹੀਂ ਕੋਈ ਉਹਨਾਂ ਨਾਲ ਮਿਲਿਆ। ਕਹਿੰਦਾ ਜੀ ਕੋਈ ਨਹੀਂ ਬਣਿਆ। ਕਹਿੰਦਾ ਜੇ ਕੁਹਾੜੇ 'ਚ ਮੁੱਠਾ ਹੀ ਨਹੀਂ ਹੋਏਗਾ ਤੇ ਕੌਣ ਕੱਟੇਗਾ ਸਾਨੂੰ? ਹੁਣ ਜੋ ਅਸੀਂ ਆਪ ਜਾ ਕੇ ਤਾਂ ਸਰਕਾਰ ਦੇ ਮੁੱਠੇ ਬਣੇ, ਤੇ ਦੋਸ਼ੀ ਤਾਂ ਦੋਵੇਂ ਹੋਏ, ਤੇ ਫਿਰ ਸਾਨੂੰ ਰਾਜ ਕਰਨਾ। ਇੰਦਰਾ ਗਾਂਧੀ ਨਾਲ ਅਕਾਲੀ ਦਲ ਦੀਆਂ 18 ਮੀਟਿੰਗਸ ਹੁੰਦੀਆਂ ਨੇ, 21 ਮੀਟਿੰਗਸ ਹੁੰਦੀਆਂ ਨੇ। ਹਾਂਜੀ, ਕਮਾਲ ਦੀ ਗੱਲ ਹੈ। ਆ ਰਵਿੰਦਰ ਸਿੰਘ ਦਾ ਜਿਉਂਦਾ, ਇਹਨੂੰ ਪੁੱਛ ਲਓ ਵੀ ਬਾਈ ਮੀਟਿੰਗ ਕਰਕੇ ਆਇਆ ਸੀ ਤੂੰ, ਸ਼ੇਰਨੀ ਵੰਡੀ ਸੀ ਕਿ ਨਹੀਂ? ਰਵਿੰਦਰ ਸਿੰਘ ਨੇ ਵੰਡੀਆਂ ਸੀ। ਹਾਂ ਸ਼ੇਰਨੀ ਵੰਡੀ, ਬਾ ਹੋ ਗਿਆ ਜੀ, ਹੋ ਗਿਆ। ਹਰੇਕ ਬੰਦਾ ਭਲਾ ਕੀ ਆ, ਹਰੇਕ ਬੰਦਾ ਆਪਣੀ ਆਪਣੀ ਮੀਟਿੰਗ ਕਰਕੇ ਆ ਰਿਹਾ। ਉਹਨੇ ਦੇਖ ਲਿਆ ਵੀ ਟੁੱਟੇ ਨੇ, ਹੋਰ ਤੋੜ ਦਿੰਦੇ ਮੈਂ ਤੋੜ। 21 ਮੀਟਿੰਗਾਂ ਕਰਕੇ ਉਹਨੇ ਸਾਰਾ ਭਾਂਪ ਲਿਆ ਵੀ ਇਹਨਾਂ ਨੇ ਕੁਝ ਨਹੀਂ ਕਰਨਾ। ਫਿਰ ਇਹਨਾਂ ਦੀ ਚਿੱਠੀਆਂ ਜਾਂਦੀਆਂ ਵੀ ਆਓ ਜੀ ਕੁਝ ਕਰੋ, ਇਹਨੂੰ ਇੱਥੋਂ ਕੱਢੋ। ਸੰਤ ਜਰਨੈਲ ਸਿੰਘ ਨੂੰ ਕੱਢਣ ਵਾਸਤੇ ਅਕਾਲੀ ਦਲ ਨੇ ਇੰਦਰਾ ਨੂੰ ਚਿੱਠੀਆਂ ਲਿਖੀਆਂ। ਫਿਰ ਕਿਹੜੇ ਮੂੰਹ ਨਾਲ ਇਹ ਵਿਰੋਧ ਕਰਦੇ ਆ?
ਉਹ ਕਰ ਦੇਖੋ ਮੂੰਹ ਤਾਂ ਹੁੰਦਾ ਹੀ ਨਹੀਂ ਨਾ ਸਿਆਸਤਦਾਨ ਦਾ। ਸਿਆਸਤ ਰਾਜਨੀਤੀ ਬਨਾਮ ਬਦਨੀਤੀ, ਬਦਨੀਤੀ ਨਾਲ ਰਾਜਨੀਤੀ ਹੋ ਰਹੀ ਹੈ। ਜੇ ਨੇਕ ਨੀਤੀ ਨਾਲ ਹੋਵੇ ਤੇ ਫਿਰ ਅਸ਼ੋਕਾ ਦੀ ਗ੍ਰੇਟ ਵੀ ਬਣਦੇ ਨੇ, ਅਕਬਰ ਦੀ ਗ੍ਰੇਟ ਵੀ ਬਣਦੇ ਨੇ। ਦਿਲ ਦੀਆਂ ਗਹਿਰਾਈਆਂ ਤੋਂ ਡਾਕਟਰ ਸਾਹਿਬ ਮੈਂ ਤੁਹਾਡਾ ਧੰਨਵਾਦੀ ਹਾਂ। ਬਹੁਤ ਸੋਹਣੀਆਂ ਸੁਚੱਜੀਆਂ ਜਾਣਕਾਰੀਆਂ ਤੁਸੀਂ ਦਿੱਤੀਆਂ ਨੇ। ਸੋ ਦਰਸ਼ਕੋ, ਇਸ ਡਾਕਟਰ ਅਨੁਰਾਗ ਸਿੰਘ ਜੀ ਜੂਨ 1984 ਦੀਆਂ ਬਾਤਾਂ ਪਾ ਰਹੇ ਸਾਂ। ਬੜੀ ਛੇਤੀ ਕਿਸੇ ਹੋਰ ਸ਼ਖਸੀਅਤ ਨਾਲ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।